आप लिहो तुम कथा सुधारी। सतनाम श्री वाहिगुरु साहिब जी। दोहरा सुंदर की माता तबा भलियन बंस बथून। गई सबन को संग ले बैठ बंद कर दून। वाहिगुरु जी का खालसा वाहिगुरु जी की फतेह। गुरु की साजी नवाजी गुरु रूप साध संगत जी सतगुਰਾਂ ਦੀ ਪਵਿੱਤਰ ਹਜ਼ੂਰੀ ਵਿੱਚ ਹਾਜ਼ਰੀਆਂ ਭਰ ਕੇ ਆਪਣੇ ਮਨੁੱਖਾ ਜੀਵਨ ਦੀਆਂ ਕੀਮਤੀ ਘੜੀਆਂ ਨੂੰ ਆਪ ਜੀ ਸਫਲਿਆਂ ਕਰ ਰਹੇ ਹੋ। ਸੰਧਿਆ ਦੇ ਦੀਵਾਨਾਂ ਵਿੱਚ ਗੁਰੂ ਕੀ ਬਾਣੀ ਦੇ ਪਾਠ ਕੀਰਤਨ ਸਰਵਣ ਕੀਤੇ ਹਨ। ਆਓ ਹੁਣ ਮਨ ਬਿਰਤੀਆਂ ਨੂੰ ਸਤਿਗੁਰੂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ 'ਚ ਜੋੜੀਏ। ਮਹਾਰਾਜ ਛੇਵੇਂ ਪਾਤਸ਼ਾਹ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਪਹਿਲਾ ਜੰਗ ਜਿੱਤ ਕੇ 7000 ਤੁਰਕਾਂ ਦਾ ਨਾਸ਼ ਕਰਕੇ ਔਰ ਝਬਾੜ ਪਿੰਡ ਪਹੁੰਚੇ। ਆਪਣੀ ਬੇਟੀ ਬੀਬੀ ਬੀਰੋ ਦਾ ਵਿਆਹ ਕਰਨ ਤੋਂ ਬਾਅਦ ਤਰਨਤਾਰਨ ਸਾਹਿਬ ਤੋਂ ਹੁੰਦੇ ਹੋਏ ਸ੍ਰੀ ਗੋਇੰਦਵਾਲ ਸਾਹਿਬ ਆ ਗਏ। ਇੱਥੇ ਬਹੁਤ ਹੀ ਪ੍ਰੇਮ ਭੱਲੇ ਸਾਹਿਬਜ਼ਾਦਿਆਂ ਨੇ ਬਾਬਾ ਸੁੰਦਰ ਜੀ, ਬਾਬਾ ਚੰਦਮਲ ਜੀ, ਜੋ ਗੁਰੂ ਅਮਰਦਾਸ ਜੀ ਦੇ ਪੜਪੋਤਰੇ ਔਰ ਭਰਾ ਪਰਿਵਾਰ ਵਿੱਚੋਂ ਬਾਬਾ ਚੰਦਮਲ ਜੀ ਪੋਤਰੇ ਲੱਗਦੇ ਸਨ, ਇਹਨਾਂ ਸਾਰਿਆਂ ਨੇ ਗੁਰੂ ਜੀ ਦੀ ਬੜੀ ਆਓ ਭਗਤ ਕੀਤੀ ਹੈ। ਔਰ ਸਾਰੇ ਬੀਬੀਆਂ ਨੇ ਵੀ ਮਾਤਾ ਦਮੋਦਰੀ ਜੀ, ਮਾਤਾ ਨਾਨਕੀ ਜੀ, ਮਾਤਾ ਮਹਾਂਦੇਵੀ ਜੀ ਨੂੰ ਆਪਣੇ ਮਹਿਲਾਂ ਵਿੱਚ ਨਿਵਾਸ ਕਰਵਾਇਆ। ਬੜੇ ਪ੍ਰੇਮ ਨਾਲ ਟਹਿਲ ਸੇਵਾ ਕੀਤੀ। ਉਹ ਸਾਰੀ ਕਥਾ ਆਪਾਂ ਕੱਲ੍ਹ ਸਰਵਣ ਕਰ ਚੁੱਕੇ ਹਾਂ। ਅਗਲੀ ਲੜੀ ਦੇ ਨਾਲ ਜੁੜ ਜਾਈਏ। ਧੰਨ ਛੇਵੇਂ ਪਾਤਸ਼ਾਹ ਦੇ ਚਰਨਾਂ 'ਚ ਸੁਰਤੀ ਜੋੜ ਕੇ ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। दोहरा सुंदर की माता तबा। ਸਾਧ ਸੰਗਤ ਜੀ, ਬਾਬਾ ਸੁੰਦਰ ਜੀ ਦੀ ਮਾਂ ਬਾਬੇ ਆਨੰਦ ਦੀ ਪਤਨੀ ਤੇ ਬਾਬੇ ਮੋਹਰੀ ਦੀ ਨੂੰਹ ਤੇ ਗੁਰੂ ਅਮਰਦਾਸ ਦੀ ਪੋਤਰੇ ਨੂੰ ਹੁਣ ਬਿਰਧ ਹੋ ਚੁੱਕੀ ਹੈ। ਇਹ ਰਿਸ਼ਤੇ ਵਿੱਚ ਗੁਰੂ ਅਰਜਨ ਦੇਵ ਜੀ ਦੀ ਭਰਜਾਈ ਲੱਗਦੀ ਹੈ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਾਚੀ ਜਾਂ ਤਾਈ ਲੱਗਦੀ ਹੈ। ਇਹ ਸਤਿਗੁਰੂ ਜੀ ਨਾਲ ਬਹੁਤ ਪ੍ਰੇਮ ਕਰਿਆ ਕਰਦੀ। ਛੇਵੇਂ ਪਾਤਸ਼ਾਹ ਜੀ ਨੂੰ ਕਹਿੰਦੀ ਵੀ ਇੱਥੇ ਹੀ ਰਹਿਣ, ਜਾਣ ਹੀ ਨਾ ਗੋਇੰਦਵਾਲ ਸਾਹਿਬ ਤੋਂ। ਤੋ ਇਹ ਬਾਬੇ ਸੁੰਦਰ ਦੀ ਮਾਂ ਬਾਬੇ ਆਨੰਦ ਦੀ ਘਰਵਾਲੀ ਗੁਰੂ ਅਮਰਦਾਸ ਦੀ ਪੋਤੇ ਨੂੰ ਸਾਰੀਆਂ ਬੀਬੀਆਂ ਨੂੰ ਨਾਲ ਲੈ ਕੇ ਭਲਿਅਨ ਬੰਸ ਬਥੂਨ। ਭਲਿਆਂ ਦੀਆਂ ਜਿਹੜੀਆਂ ਗੁਰੂ ਅਮਰਦਾਸ ਜੀ ਦੇ ਪੋਤੇ ਨੂੰ ਆ, ਗਾਂ ਪੋਤਿਆਂ ਦੀ ਵੀ ਪੋਤੇ ਨੂੰ, ਕਿਉਂਕਿ ਗੁਰੂ ਅਮਰਦਾਸ ਜੀ ਆਪਣੀ ਜ਼ਿੰਦਗੀ ਵਿੱਚ ਹੀ ਆਪਣੇ ਪੜਪੋਤਰੇ ਵਿਆਹ ਗਏ। ਉਸ ਤੋਂ ਗਾਂ ਫਿਰ ਹੁਣ ਤਾਂ ਬਹੁਤ ਚਿਰ ਹੋ ਗਿਆ, ਪਰਿਵਾਰ ਬੜਾ ਵੱਡਾ ਹੈ, ਬਿਰਧ ਅਵਸਥਾ ਵਾਲੇ ਉਹ ਸਾਰੇ ਗੁਰੂ ਅਮਰਦਾਸ ਜੀ ਦੇ ਪੋਤਰੇ ਪੜਪੋਤਰੇ, ਗਾਂ ਉਹਨਾਂ ਦੇ ਵੀ ਪੁੱਤਰ, ਉਹਨਾਂ ਦੀਆਂ ਪਤਨੀਆਂ ਇਕੱਠੀਆਂ ਹੋ ਕਰਕੇ ਗਏ ਸਭਨ ਕੋ ਸੰਗ ਲੈ। ਇਹ ਵੱਡੀ ਸੀ ਬਾਬੇ ਆਨੰਦ ਦੀ ਘਰਵਾਲੀ ਔਰ ਬੜੀ ਸਿਆਣੀ ਤੇ ਪਿਆਰ ਵਾਲੀ। ਵੱਡਾ ਸਮਝਿਆ ਜਾਂਦਾ ਸੀ ਇਹਨੂੰ ਭੱਲਿਆਂ ਦੀ ਕੁੱਲ ਵਿੱਚ ਬੀਬੀਆਂ ਵਿੱਚੋਂ। ਬਾਬਾ ਸੁੰਦਰ ਜੀ ਨੂੰ ਉਹਨਾਂ ਦੇ ਪੁੱਤਰ ਨੂੰ ਵੀ ਬੜਾ ਸਨਮਾਨ ਮਿਲਦਾ ਸੀ, ਕਿਉਂਕਿ ਉਹਨਾਂ ਦੀ ਬਾਣੀ ਮਹਾਰਾਜ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਕਹੈ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ। ਇਹ ਫਿਰ ਮਾਤਾ ਇਕੱਠੀ ਹੋ ਕੇ ਸਾਰੀਆਂ ਬੀਬੀਆਂ ਨੂੰ ਨਾਲ ਲੈ ਕੇ ਬੈਠ ਬੰਦ ਕਰ ਦੂਨ। ਦੋਵੇਂ ਹੱਥ ਜੋੜ ਕੇ ਛੇਵੇਂ ਪਾਤਸ਼ਾਹ ਨੂੰ ਮੱਥਾ ਟੇਕਿਆ ਤੇ ਬੈਠ ਗਈਆਂ ਹਨ। ਚੌਪਈ ਸੁੰਦਰ ਚੰਦ ਮਲ ਕੇ ਸੰਮਤ। ਬਾਬਾ ਸੁੰਦਰ ਜੀ ਤੇ ਚੰਦਮਲ ਦੀ ਸਲਾਹ ਤੋਂ ਉਹਨਾਂ ਦੇ ਵਿਚਾਰ ਲੈ ਕੇ ਕਹਿਓ ਸਭਨ ਹੀ ਸਿਰ ਕਰ ਨਮ੍ਰਿਤ। ਬੀਬੀਆਂ ਨੇ ਸਿਰ ਨਵਾ ਕੇ ਮੱਥਾ ਟੇਕ ਕੇ ਬੇਨਤੀ ਕੀਤੀ, ਕਿਰਪਾ ਕਰੋ ਰਾਖੋ ਨਿਜ ਡੇਰਾ। ਮਹਾਰਾਜ ਦੀ ਚਾਚੀ ਬਾਬੇ ਸੁੰਦਰ ਦੀ ਮਾਂ ਕਹਿ ਰਹੀ ਛੇਵੇਂ ਪਾਤਸ਼ਾਹ ਜੀ ਸਤਿਗੁਰੂ ਜੀ ਕਿਰਪਾ ਕਰੋ ਇੱਥੇ ਸ੍ਰੀ ਗੋਇੰਦਵਾਲ ਸਾਹਿਬ ਵਿੱਚ ਹੀ ਆਪਣਾ ਡੇਰਾ ਰੱਖੋ।
ਇਹ ਤੁਹਾਡੀ ਨਗਰੀ ਹੈ, ਤੁਹਾਡੇ ਪਿਤਾ ਜੀ ਮਹਾਰਾਜ ਗੁਰੂ ਅਰਜਨ ਦੇਵ ਜੀ ਦੇ ਨਾਨਕਿਆਂ ਦਾ ਘਰ ਹੈ। ਇੱਥੇ ਹੀ ਮਹਾਰਾਜ ਕਿਰਪਾ ਕਰਕੇ ਨਿਵਾਸ ਕਰੋ। ਕੀਜਹਿ ਗੋਇੰਦਵਾਲ ਬਸੇਰਾ। ਸ੍ਰੀ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਦੀ ਧਰਤੀ ਤੇ ਰਵੋ। ਇਸ ਥਲ ਤੁਮਰੇ ਰਹੇ ਪਿਤਾਮਾ। ਇੱਥੇ ਤੁਹਾਡੇ ਦਾਦਾ ਜੀ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਰਹੇ ਨੇ। ਤੁਹਾਡੇ ਪਿਤਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਇੱਥੇ ਹੋਇਆ ਹੈ। ਬਹੁਤ ਬਰਖ ਲਗ ਕੀਨੇ ਧਾਮਾ। ਬਹੁਤ ਲੰਮਾ ਸਮਾਂ ਇੱਥੇ ਨਿਵਾਸ ਰੱਖਿਆ ਸਤਿਗੁਰੂ ਰਾਮਦਾਸ ਜੀ ਨੇ। ਬਹੁਰ ਆਪ ਕੇ ਪਿਤ ਜਬ ਆਵੈ। ਫਿਰ ਜਦੋਂ ਤੁਹਾਡੇ ਪਿਤਾ ਗੁਰੂ ਅਰਜਨ ਦੇਵ ਜੀ ਇੱਥੇ ਆਇਆ ਕਰਦੇ ਸਨ, ਪਰਿਵਾਰ ਸਮੇਤ ਸੰਗਤਾਂ ਸਮੇਤ ਆਇਆ ਕਰਦੇ ਸਨ। ਮਾਸ ਦੋ ਮਾਸ ਸੋ ਬਾਸ ਬਿਤਾਵੈ। ਗੁਰੂ ਅਰਜਨ ਦੇਵ ਜੀ ਜਦੋਂ ਵੀ ਇੱਥੇ ਆਉਂਦੇ ਸਨ, ਮਹੀਨਾ 2 ਮਹੀਨਾ ਘੱਟੋ ਘੱਟ ਰਹਿੰਦੇ ਸਨ। ਆਪਣੇ ਨਾਨਕਿਆਂ ਦੇ ਘਰ, ਆਪਣੇ ਜਨਮ ਸਥਾਨ ਨਾਲ ਬਹੁਤ ਮੋਹ ਸੀ ਉਹਨਾਂ ਦਾ। ਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਗੋਇੰਦਵਾਲ ਸਾਹਿਬ ਜਨਮ ਲਿਆ, ਅਵਤਾਰ ਧਾਰਿਆ 1563 ਈਸਵੀ 15 ਅਪ੍ਰੈਲ 1563 ਈਸਵੀ ਨੂੰ ਮਹਾਰਾਜ ਨੇ ਅਵਤਾਰ ਧਾਰਿਆ ਪੰਚਮ ਪਾਤਸ਼ਾਹ ਗੋਇੰਦਵਾਲ ਸਾਹਿਬ ਵਿਖੇ। 18 ਸਾਲ ਦੀ ਉਮਰ 'ਚ ਗੁਰੂ ਬਣੇ ਨੇ। ਉਹ 18 ਸਾਲ ਮਹਾਰਾਜ ਜ਼ਿਆਦਾਤਰ ਲਗਭਗ 17 ਸਾਲ ਕਹਿ ਲਓ, ਵਿੱਚੋਂ 1 ਸਾਲ ਲਾਹੌਰ ਰਹੇ ਨੇ। ਬਾਕੀ ਸਾਰਾ ਟਾਈਮ ਬਚਪਨ ਦਾ, ਜਵਾਨੀ ਦਾ ਗੋਇੰਦਵਾਲ ਸਾਹਿਬ ਹੀ ਰਹੇ ਨੇ। ਫਿਰ ਅੰਮ੍ਰਿਤਸਰ ਵਸਾਇਆ ਗੁਰੂ ਅਰਜਨ ਦੇਵ ਜੀ ਨੇ। ਉੱਥੋਂ ਵੀ ਆ ਜਾਂਦੇ ਸੀ, ਮਹੀਨਾ 2 ਮਹੀਨੇ ਇੱਥੇ ਰਹਿੰਦੇ ਸੀ। ਇਸ ਧਰਤੀ ਨਾਲ ਬਹੁਤ ਪਿਆਰ ਸੀ। ਹਾਂਜੀ, ਤਿਮ ਹੀ ਤੁਮ ਭੀ ਮੇਲ ਰਖੀਜੈ। ਜਿਵੇਂ ਤੁਹਾਡੇ ਪਿਤਾ ਜੀ ਇੱਥੇ ਆਉਂਦੇ ਜਾਂਦੇ ਰਹੇ ਨੇ, ਮਹਾਰਾਜ ਪੰਜਵੇਂ ਪਾਤਸ਼ਾਹ, ਛੇਵੇਂ ਪਾਤਸ਼ਾਹ ਜੀ ਤੁਸੀਂ ਵੀ ਇੱਥੇ ਆਉਂਦੇ ਜਾਂਦੇ ਰਿਹਾ ਕਰੋ। ਇਹ ਤੁਹਾਡਾ ਘਰ ਹੈ, ਸਾਡੇ ਨਾਲ ਮਿਲਾਪ ਰੱਖੋ, ਸਾਨੂੰ ਭੁਲਾਓ ਨਾ। ਅਸੀਂ ਮਹਾਰਾਜ ਗੁਰੂ ਅਮਰਦਾਸ ਦੇ ਬੱਚੇ ਹਾਂ ਤੇ ਤੁਹਾਡੇ ਅਸੀਂ ਸੇਵਕ ਹਾਂ, ਤੁਸੀਂ ਉਹਨਾਂ ਦੀ ਗੱਦੀ 'ਤੇ ਹੋ। ਕਿਰਪਾ ਕਰਕੇ ਇੱਥੇ ਆਇਆ ਕਰੋ। ਸੁਖ ਸੋ ਬਾਸ ਆਪਨੋ ਕੀਜੈ। ਸੁਖ ਨਾਲ ਆਪਣਾ ਇੱਥੇ ਵਾਸਾ ਕਰੋ ਜੀ। ਸੁਨ ਸਭਹਿਨ ਤੇ ਗੁਰੂ ਕਿਰਪਾਲ। ਮਹਾਰਾਜ ਜੀ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੀ ਚਾਚੀ ਅਤੇ ਹੋਰ ਬੀਬੀਆਂ ਦਾ ਬਚਨ ਸੁਣ ਕੇ ਬੋਲੇ ਦੇਤ ਆਨੰਦ ਵਿਸਾਲ। ਬੜੇ ਆਨੰਦ ਦੇ ਵਿੱਚ ਬੋਲੇ। ਮਹਾਰਾਜ ਖੁਸ਼ੀਆਂ ਵੰਡਣ ਵਾਲੇ ਛੇਵੇਂ ਪਾਤਸ਼ਾਹ ਜਿਹੜਾ ਵੀ ਬਚਨ ਕਰਦੇ ਸੀ ਨਾ, ਸੁਣਨ ਵਾਲਿਆਂ ਨੂੰ ਠੰਡ ਪੈ ਜਾਂਦੀ ਸੀ। ਪਿਆਰ ਦੇ ਮਿੱਠੇ ਬੋਲ ਸਤਿਗੁਰੂ ਬੋਲੇ ਹਨ। ਹਮਰੀ ਤੋ ਇਸ ਥਲ ਬੁਨਿਆਦ। ਮਹਾਰਾਜ ਕਹਿੰਦੇ ਚਾਚੀ ਜੀ ਸਾਡੀ ਤਾਂ ਜੜ ਹੀ ਇੱਥੇ ਲੱਗੀ ਹੈ। ਇਹ ਗੋਇੰਦਵਾਲ ਸਿੱਖੀ ਦਾ ਧੁਰਾ ਹੈ। ਗੋਇੰਦਵਾਲ ਸਿੱਖੀ ਦਾ ਧੁਰਾ ਹੈ ਤੇ ਸਾਡੀ ਬੁਨਿਆਦ ਇੱਥੇ ਰੱਖੀ ਸੋਢੀਆਂ ਦੀ। ਸਾਡੇ ਦਾਦਾ ਜੀ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਇੱਥੇ 22 ਸਾਲ ਸੇਵਾ ਕੀਤੀ ਗੁਰਤਾ ਗੱਦੀ ਲੈਣ ਤੋਂ ਪਹਿਲਾਂ, ਤੇ 7 ਸਾਲ ਰਹੇ ਨੇ ਗੁਰਿਆਈ ਗੱਦੀ ਤੇ। 22 ਤੇ 7 29 ਸਾਲ ਮਹਾਰਾਜ ਗੁਰੂ ਰਾਮਦਾਸ ਜੀ ਇੱਥੇ ਠਹਿਰੇ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ। ਬੜੇ ਭਏ ਗੁਰ ਅਮਰ ਪ੍ਰਸਾਦ। ਮਹਾਰਾਜ ਗੁਰੂ ਅਮਰਦਾਸ ਦੀ ਕਿਰਪਾ ਨਾਲ ਸਾਨੂੰ ਨਿਮਾਣਿਆਂ ਨੂੰ ਮਾਣ ਮਿਲਿਆ ਹੈ। ਧੰਨ ਗੁਰੂ ਅਮਰਦਾਸ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ। ਭਲੇ ਅਮਰਦਾਸ ਗੁਣ ਤੇਰੇ, ਭਲੇ ਅਮਰਦਾਸ ਗੁਣ ਤੇਰੇ। ਅਮਰਦਾਸ ਗੁਣ ਤੇਰੇ, ਅਮਰਦਾਸ ਭਲੇ ਅਮਰਦਾਸ ਗੁਣ ਤੇਰੇ, ਭਲੇ ਅਮਰਦਾਸ ਗੁਣ ਤੇਰੇ। ਤੇਰੀ ਉਪਮਾ ਤੋਏ ਬਣ ਆਵੈ, ਤੇਰੀ ਉਪਮਾ ਤੋਏ ਬਣ ਆਵੈ। ਤੇਰੀ ਉਪਮਾ ਤੋਏ ਬਨ ਆਵੈ।
ਤੇਰੀ ਉਪਮਾ ਤੋਏ ਬਣ ਆਵੈ, ਤੇਰੀ ਉਪਮਾ ਤੋਏ ਬਣ ਆਵੈ। ਨਿਵਾਣਿਆਂ ਨੂੰ ਮਾਣ ਦੇਣਗੇ, ਨਿਤਾਣਿਆਂ ਨੂੰ ਤਾਣ ਦੇਣਗੇ, ਨਿਉਟਿਆਂ ਦੀ ਓਟ ਬਣਨਗੇ, ਨਿਆਸਰਿਆਂ ਦੇ ਆਸਰੇ ਬਣਨਗੇ। ਇਹ ਵਰ ਗੁਰੂ ਅਮਰਦਾਸ ਨੂੰ ਗੁਰੂ ਅੰਗਦ ਦੇਵ ਜੀ ਨੇ ਦਿੱਤਾ ਸੀ ਤੇ ਗੁਰੂ ਅਮਰਦਾਸ ਜੀ ਨੇ ਪੂਰਾ ਕੀਤਾ ਜਦੋਂ ਸ੍ਰੀ ਗੁਰੂ ਰਾਮਦਾਸ ਜੀ ਨੂੰ ਮਾਣ ਦਿੱਤਾ। ਗੁਰੂ ਅਮਰਦਾਸ ਦੇ ਮਹਿਲ ਮਾਤਾ ਮਨਸਾ ਦੇਵੀ ਜੀ ਸਤਿਗੁਰਾਂ ਨੂੰ ਕਹਿੰਦੇ ਨੇ, ਮਹਾਰਾਜ ਆਪਣੀ ਭਾਨੀ ਜਵਾਨ ਹੋ ਗਈ ਹੈ, ਕੋਈ ਚੰਗਾ ਵਰ ਵੇਖ ਕੇ ਇਹਦਾ ਰਿਸ਼ਤਾ ਕਰ ਦਈਏ। ਮਹਾਰਾਜ ਕਹਿੰਦੇ, ਮਨਸਾ ਦੇਵੀ ਜੀ ਕਿਹੋ ਜਿਹਾ ਵਰ ਚਾਹੀਦਾ? ਕਹਿੰਦੇ, ਉਹ ਜਿਹੜਾ ਮੁੰਡਾ ਘੁੰਗਣੀਆਂ ਵੇਚਦਾ ਨਾ, ਕੋਈ ਉਹੋ ਜਿਹਾ ਹੋਵੇ। ਤੇ ਮਹਾਰਾਜ ਕਹਿਣ ਲੱਗੇ, ਉਹਦੇ ਵਰਗਾ ਤੇ ਉਹੀ ਹੈ, ਹੋਰ ਕੋਈ ਨਹੀਂ ਹੋ ਸਕਦਾ, ਉਹਦੇ ਨਾਲ ਹੀ ਕਰ ਦਿੰਦੇ ਆ। ਬੁਲਾ ਲਿਆ, ਰਿਸ਼ਤਾ ਕਰਤਾ। ਤੇ ਸਾਧ ਸੰਗਤ ਜੀ, ਮਾਤਾ ਕਹਿੰਦੀ ਇਹਦਾ ਪਿਓ ਮਾਂ ਘਰ ਬਾਰ, ਉਹ ਕਹਿੰਦੇ ਬਸ ਇਹਦਾ ਪਿਓ ਮਾਂ ਘਰ ਬਾਰ ਅਸੀਂ ਹਾਂ, ਇਹੀ ਹੈ, ਇਹਦੀ ਕੋਈ ਬਰਾਬਰੀ ਨਹੀਂ ਕਰ ਸਕਦਾ। ਕਿੱਡੀ ਬਖਸ਼ਿਸ਼ ਕੀਤੀ ਗੁਰੂ ਅਮਰਦਾਸ ਦੀ ਬਖਸ਼ਿਸ਼ ਨਾਲ। ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਬੈਠੇ, ਬੈਠਾ ਸੋਢੀ ਪਾਤਸ਼ਾਹ, ਬੈਠਾ ਸੋਢੀ ਪਾਤਸ਼ਾਹ, ਬੈਠਾ ਸੋਢੀ ਪਾਤਸ਼ਾਹ, ਬੈਠਾ ਸੋਢੀ ਪਾਤਸ਼ਾਹ। ਰਾਮਦਾਸ ਸਤਿਗੁਰੂ ਕਹਾਵੈ, ਰਾਮਦਾਸ ਸਤਿਗੁਰੂ ਕਹਾਵੈ, ਰਾਮਦਾਸ ਸਤਿਗੁਰੂ ਕਹਾਵੈ। ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਵਡਿਆਈ ਮਿਲ ਗਈ। ਜਿਵ ਅੰਗਦ ਅੰਗ ਸੰਗ ਨਾਨਕ ਗੁਰ ਤਿਵ ਗੁਰ ਅਮਰਦਾਸ ਕੇ ਗੁਰੂ ਰਾਮਦਾਸ, ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ। ਇੱਥੋਂ ਗੋਇੰਦਵਾਲ ਸਾਹਿਬ ਤੋਂ ਬਖਸ਼ਿਸ਼ਾਂ ਮਿਲੀਆਂ ਹਨ। ਜਿਸ ਕੇ ਬੜੇ ਭਾਗ ਜਗ ਹੋਏ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ, ਚਾਚੀ ਜੀ ਜਿਹਦੇ ਬਹੁਤ ਹੀ ਵੱਡੇ ਭਾਗ ਹੋਣ, ਬੜੀ ਚੰਗੀ ਬੰਦਗੀ ਕੀਤੀ ਹੋਵੇ, ਸੇਵਾ ਕੀਤੀ ਹੋਵੇ, ਕਰਮ ਚੰਗੇ ਕੀਤੇ ਹੋਣ, ਬਸਪੁਰ ਤੁਮ ਕੋ ਸੇਵ ਹੈ ਸੋਏ। ਉਹ ਇਸ ਗੋਇੰਦਵਾਲ ਸਾਹਿਬ 'ਚ ਵਸ ਸਕਦਾ ਹੈ। ਉਹ ਇਸ ਗੁਰੂ ਅਮਰਦਾਸ ਦੀ ਨਗਰੀ 'ਚ ਰਹਿ ਕੇ ਗੁਰੂ ਅਮਰਦਾਸ ਦੀ ਬੌਲੀ ਦੀ ਸੇਵਾ ਕਰੇ, ਚੁਬਾਰੇ ਦੀ ਸੇਵਾ ਕਰੇ, ਗੁਰੂ ਰਾਮਦਾਸ ਦੇ ਖੂਹ ਦੀ ਸੇਵਾ ਕਰੇ, ਗੁਰੂ ਕੀਆਂ ਸੰਗਤਾਂ ਦੀ ਸੇਵਾ ਕਰੇ, ਗੁਰੂ ਕੇ ਸਾਹਿਬਜ਼ਾਦਿਆਂ ਦੀ ਸੇਵਾ ਕਰੇ। ਉਹਦੇ ਭਾਗ ਚੰਗੇ ਜਾਣੋ। ਸ੍ਰੀ ਗੁਰੂ ਅਮਰ ਬੰਸ ਕੀ ਸੇਵਾ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਬੰਸ ਦੀ ਸੇਵਾ ਇਹ ਤਾਰ ਦਿੰਦੀ ਹੈ। ਗੁਰੂ ਅਮਰਦਾਸ ਪਾਤਸ਼ਾਹ ਦੀ ਕੁਲ ਦੀ ਜਿਹੜਾ ਸੇਵਾ ਕਰੇਗਾ ਭਲਿਆਂ ਦੀ, ਉਹਨਾਂ ਤੇ ਗੁਰੂ ਅਮਰਦਾਸ ਦੀ ਕਿਰਪਾ ਬਖਸ਼ਿਸ਼ ਹੋਵੇਗੀ। ਕਰਨ ਚਾਹੋ ਚਿਤ ਮੈਂ ਨਿਤ ਏਵਾ। ਛੇਵੇਂ ਪਾਤਸ਼ਾਹ ਕਹਿੰਦੇ, ਚਾਚੀ ਜੀ ਮੈਂ ਖੁਦ ਤੁਹਾਡੀ ਸੇਵਾ ਕਰਨੀ ਚਾਹੁੰਦਾ। ਧੰਨ ਗੁਰੂ ਹਰਗੋਬਿੰਦ ਸਾਹਿਬ। ਸਾਧ ਸੰਗਤ ਜੀ, ਵੱਡੇ ਮਹਾਂਪੁਰਸ਼ਾਂ ਦੀ ਵਡਿਆਈ ਹੁੰਦੀ ਹੈ। ਜਿੰਨੇ ਵੱਡੇ ਹੁੰਦੇ ਨੇ ਓਨਾ ਹੀ ਮਨ ਨੀਵਾਂ ਹੁੰਦਾ। ਤੇ ਮੇਰੇ ਵਰਗੇ ਜਿਹੜੇ ਹੋਛੇ ਹੁੰਦੇ ਨੇ ਨਾ, ਉਹ ਉਫਲ ਕੇ ਉੱਚੇ ਹੁੰਦੇ ਨੇ, ਪਰ ਉੱਚੇ ਹੋਣ ਨਾਲ ਕੋਈ ਉੱਚਾ ਨਹੀਂ ਹੁੰਦਾ। ਉੱਚਾ ਉਹੀ ਹੁੰਦਾ ਜਿਹੜਾ ਨੀਵਾਂ ਹੋਵੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਆਪਸ ਕੋ ਜੋ ਜਾਣੈ ਨੀਚਾ, ਸੋ ਗਨੀਐ ਸਭ ਤੇ ਉੱਚਾ। ਧੰਨ ਗੁਰੂ ਹਰਗੋਬਿੰਦ ਸਾਹਿਬ, ਕਿੱਡੀ ਨਿਮਰਤਾ। ਕਹਿੰਦੇ, ਮਾਤਾ ਜੀ ਮੈਂ ਤਾਂ ਖੁਦ ਤੁਹਾਡੀ ਸੇਵਾ ਕਰਨੀ ਚਾਹੁੰਦਾ ਹਾਂ। ਗੁਰੂ ਹੋਤੇ ਸਭ ਸ਼ਾਂਤ ਸਰੂਪ। ਸਾਰੇ ਸਤਿਗੁਰੂ ਮਹਾਰਾਜ ਸ਼ਾਂਤ ਸਰੂਪ। ਧੰਨ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਸਤਿਗੁਰੂ ਅਮਰਦਾਸ ਜੀ ਮਹਾਰਾਜ, ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਪੰਜੇ ਪਾਤਸ਼ਾਹੀਆਂ ਸ਼ਾਂਤ ਸਰੂਪ ਹੋਈਆਂ ਨੇ। ਜਿਨ ਕੇ ਅਚਰਜ ਚਲਿਤ ਅਨੂਪ। ਸਤਿਗੁਰਾਂ ਦੇ ਕੌਤਕ ਬੜੇ ਅਚਰਜ ਸਨ, ਉਪਮਾ ਨਹੀਂ ਕੀਤੀ ਜਾ ਸਕਦੀ। ਹਰ ਗੱਲ ਗੁਰੂ ਨਾਨਕ ਦੀ ਨਿਆਰੀ ਹੈ। ਧੰਨ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਸਾਰੇ ਗੁਰੂ ਸਾਹਿਬਾਂ ਦੇ ਕੌਤਕ ਨਿਆਰੇ ਹਨ। ਮੋਹੇ ਸੰਗ ਭਾ ਤੁਰਕਨ ਦਵੈਖ। ਪਰ ਮਾਤਾ ਜੀ ਉਹ ਤਾਂ ਸ਼ਾਂਤ ਸਰੂਪ ਸੀ, ਅਸੀਂ ਵੀਰ ਰਸ ਧਾਰਨ ਕਰ ਲਿਆ।
ਸਾਡੀ ਨਾ ਤੁਰਕਾਂ ਨਾਲ ਟੱਕਰ ਹੈ, ਜ਼ਾਲਮਾਂ ਨਾਲ, ਮੁਗਲਾਂ ਨਾਲ। ਸਾਡਾ ਇਹਨਾਂ ਨਾਲ ਖੰਡਾ ਖੜਕ ਰਿਹਾ ਹੈ, ਇਹਨਾਂ ਨਾਲ ਸਾਡੇ ਯੁੱਧ ਹੋ ਰਹੇ ਨੇ। ਜਾਂ ਤੇ ਸੈਨਾ ਸੰਗ ਵਿਸ਼ੇਖ। ਇਸ ਕਰਕੇ ਅਸੀਂ ਇਕੱਲੇ ਨਹੀਂ ਰਹਿ ਸਕਦੇ, ਸਾਡੇ ਨਾਲ ਫੌਜ ਹੈ। ਜੇ ਅਸੀਂ ਇਕੱਲੇ ਹੁੰਦੇ ਤੇ ਗੋਇੰਦਵਾਲ ਸਾਹਿਬ ਰਹਿ ਜਾਂਦੇ, ਤੁਹਾਡੀ ਸੇਵਾ ਕਰਦੇ। ਸਾਡੇ ਨਾਲ ਕਈ ਹਜ਼ਾਰ ਘੋੜੇ, ਕਈ ਹਜ਼ਾਰ ਜਵਾਨ ਯੋਧੇ, ਸ਼ਸਤਰਧਾਰੀ ਫੌਜਾਂ ਹਨ। ਰਹਿਣ ਬਨੈ ਨਹਿ ਰਹਿਓ ਵਿਚਾਰੋ। ਅਸੀਂ ਇੱਥੇ ਰਹਿਣਾ ਤਾਂ ਚਾਹੁੰਦੇ ਹਾਂ, ਪਰ ਰਹਿਣਾ ਬਣਦਾ ਨਹੀਂ। ਔਖਾ ਹੈ ਸਾਡਾ ਇੱਥੇ ਰਹਿਣਾ। ਇੰਨੀ ਫੌਜ ਨੂੰ ਕਿਵੇਂ ਸਾਂਭਾਂਗੇ? ਇੱਥੇ ਇੰਨੇ ਘੋੜਿਆਂ ਦਾ ਘਾਹ ਪੱਠਾ ਕਿੱਥੋਂ ਲਿਆਵਾਂਗੇ? ਬੜੀਆਂ ਚੀਜ਼ਾਂ ਵੇਖਣੀਆਂ ਪੈਂਦੀਆਂ। ਇੱਥੇ ਰਹਿਣਾ ਚਾਹੁੰਦੇ ਹਾਂ, ਪਰ ਗੋਇੰਦਵਾਲ ਸਾਹਿਬ 'ਚ ਰਹਿਣਾ ਬਣਦਾ ਨਹੀਂ ਹੈ। ਸੁਭਾਟਰੋ ਸੰਗਤ ਸੰਗ ਹਜ਼ਾਰੋ। ਸਾਡੇ ਨਾਲ ਇੱਕ ਤਾਂ ਫੌਜ ਬੜੀ ਹੈ, ਦੂਜਾ ਸੰਗਤ ਗੁਰੂ ਕੀ ਬਹੁਤ ਹੈ। ਸੁਨ ਗੁਰ ਤੇ ਪੁਨ ਇਨਹੋ ਉਚਾਰਾ। ਇਹ ਸੁਣ ਕੇ ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਚਨ ਸੁਣ ਕੇ ਬਜ਼ੁਰਗ ਮਾਈਆਂ ਨੇ ਵਿਚਾਰ ਕੀਤੀ ਹੈ। ਜਥਾ ਜੋਗ ਹੈ ਬਾਕ ਤੁਮਾਰਾ। ਕਹਿਣ ਲੱਗੀ ਹੈ ਮਹਾਰਾਜ ਸੱਚੇ ਪਾਤਸ਼ਾਹ, ਜਿਵੇਂ ਆਪ ਜੀ ਕਹਿੰਦੇ ਹੋ ਨਾ, ਇਹ ਗੱਲ ਠੀਕ ਹੈ। ਜਥਾ ਜੋਗ ਇਸੇ ਤਰ੍ਹਾਂ ਹੀ ਹੈ। ਬੱਚਿਆਂ ਨੂੰ ਬਾਹਰ ਲੈ ਜਾਓ ਜੀ, ਬੇਨਤੀ ਹੈ। ਥੱਲੇ ਲੈ ਜਾਓ ਲੰਗਰ ਹਾਲ 'ਚ। ਹਾਂਜੀ, ਪੜ੍ਹੋ ਜੀ। ਜਥਾ ਜੋਗ ਹੈ ਬਾਕ ਤੁਮਾਰਾ। ਕਹਿਣ ਲੱਗੇ ਮਹਾਰਾਜ ਆਪ ਦਾ ਬਚਨ ਠੀਕ ਹੈ, ਤੋ ਆਪ ਕੋ ਜੋ ਪਰਿਵਾਰਾ। ਫਿਰ ਵੀ ਆਪ ਦਾ ਜੋ ਪਰਿਵਾਰ ਹੈ, ਆਪ ਜੀ ਦੇ ਜੋ ਮਹਿਲ ਹਨ, ਮਾਤਾ ਦਮੋਦਰੀ ਜੀ, ਮਾਤਾ ਮਹਾਦੇਵੀ ਜੀ, ਮਾਤਾ ਨਾਨਕੀ ਜੀ, ਤਿਨ ਕੋ ਰਹਿਨ ਉਚਿਤ ਨਿਰਧਾਰਾ। ਉਹਨਾਂ ਦਾ ਤਾਂ ਰਹਿਣਾ ਠੀਕ ਹੈ ਨਾ। ਤੁਸੀਂ ਫੌਜਾਂ ਸਮੇਤ ਜਾਣਾ ਤਾਂ ਅੱਗੇ ਜਾਓ, ਪਰ ਆਪਣਾ ਪਰਿਵਾਰ ਇੱਥੇ ਛੱਡ ਜਾਓ ਗੋਇੰਦਵਾਲ ਸਾਹਿਬ ਵਿੱਚ। ਕਿਰਪਾ ਧਾਰ ਇਸ ਥਾਨ ਰਖੀਜੈ। ਕਿਰਪਾ ਕਰਕੇ ਆਪਣੇ ਬੱਚਿਆਂ ਨੂੰ, ਸਾਹਿਬਜ਼ਾਦਿਆਂ ਨੂੰ, ਪੰਜਾਂ ਨੂੰ ਇੱਥੇ ਰੱਖ ਦਿਓ। ਜਹ ਬਹੁ ਬਸਹੁ ਬੁਲਾਵਨ ਕੀਜੈ। ਇੱਥੇ ਰਹਿਣ ਦਿਓ। ਜਦੋਂ ਕੋਈ ਨਵਾਂ ਨਗਰ ਵਸਾਓਗੇ, ਕਿਤੇ ਡੇਰਾ ਲਾਓਗੇ ਪੱਕਾ, ਉੱਥੇ ਆਪਣੇ ਸਾਹਿਬਜ਼ਾਦਿਆਂ ਨੂੰ ਬੁਲਾ ਲਿਆ ਜੇ। ਦੇਖ ਪ੍ਰੇਮ ਸਭ ਕੋ ਤਿਸ ਕਾਲਾ। ਆਪਣੀ ਚਾਚੀ ਜੀ ਦਾ ਬਚਨ ਸੁਣ ਕੇ, ਭੱਲੇ ਸਾਹਿਬਜ਼ਾਦਿਆਂ ਦਾ, ਪਿਤਾ ਦੇ ਨਾਨਕਿਆਂ ਦੇ ਪਰਿਵਾਰ ਦਾ ਬਚਨ ਸੁਣ ਕੇ, ਉਹਨਾਂ ਦਾ ਪ੍ਰੇਮ ਦੇਖ ਕੇ, ਰਖਨ ਕੁਟੰਬ ਸੋ ਮਾਨ ਕਿਰਪਾਲਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣਾ ਪਰਿਵਾਰ ਉੱਥੇ ਰੱਖਣਾ ਮੰਨ ਲਿਆ। ਕਹਿਣ ਲੱਗੇ ਚਾਚੀ ਜੀ ਠੀਕ ਹੈ, ਅਸੀਂ ਜਾਵਾਂਗੇ, ਪਰ ਸਾਡੇ ਸਾਹਿਬਜ਼ਾਦੇ, ਸਾਡੇ ਪਰਿਵਾਰ ਦੇ ਬੱਚੇ ਇੱਥੇ ਰਹਿਣਗੇ। ਕੇਤਕ ਦਾਸੀ ਦਾਸ ਸਮੇਤ। ਕੁਝ ਦਾਸੀਆਂ ਸੇਵਾਦਾਰ ਵੀ ਨਾਲ ਰਹਿਣਗੇ। ਕਹਿਓ ਸਭ ਹੈ ਰਹਿ ਤੁਮ ਹੈ ਨਿਕੇਤ। ਮਹਾਰਾਜ ਨੇ ਹੁਕਮ ਦੇ ਦਿੱਤਾ, ਛੇਵੇਂ ਪਾਤਸ਼ਾਹ ਨੇ, ਚਾਚੀ ਜੀ ਸਾਡਾ ਪਰਿਵਾਰ, ਕੁਝ ਦਾਸ ਸੇਵਾਦਾਰ ਟਹਿਲੂਏ ਨਾਲ ਇੱਥੇ ਹੀ ਰਹਿਣਗੇ। ਇਹ ਮਸਰਤ ਕਹਿ ਸਭ ਹਿਨ ਸਾਥ। ਇਹ ਸਲਾਹ ਕਰਕੇ ਆਪਣੇ ਪਰਿਵਾਰ ਨੂੰ ਗੋਇੰਦਵਾਲ ਸਾਹਿਬ ਛੱਡਣ ਦਾ ਫੈਸਲਾ ਕੀਤਾ ਗੁਰੂ ਜੀ ਨੇ। ਚਲੇ ਵਹਿਰਪੁਰ ਤੇ ਗੁਰਨਾਥ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਕੀ ਨਗਰੀ ਸ੍ਰੀ ਗੋਇੰਦਵਾਲ ਸਾਹਿਬ ਤੋਂ ਬਾਹਰ ਚੱਲ ਪਏ ਹਨ। ਸੁੰਦਰ ਚੰਦ ਮਲ ਹਰ ਖਾਏ। ਬਾਬਾ ਸੁੰਦਰ ਜੀ ਤੇ ਬਾਬਾ ਚੰਦਮਲ ਜੀ। ਬਾਬਾ ਸੁੰਦਰ ਜੀ ਗੁਰੂ ਸਾਹਿਬ ਤੀਸਰੇ ਪਾਤਸ਼ਾਹ ਦੇ ਪੜਪੋਤਰੇ, ਤੇ ਬਾਬਾ ਚੰਦਮਲ ਜੀ ਗੁਰੂ ਅਮਰਦਾਸ ਜੀ ਦੇ ਭਰਾ ਦੇ ਪੋਤਰੇ, ਬਾਬੇ ਸਾਵਣਮਲ ਦੇ ਪੁੱਤਰ। ਇਹ ਦੋਵੇਂ ਵੱਡੇ ਸਨ ਉਸ ਵੇਲੇ ਗੋਇੰਦਵਾਲ ਸਾਹਿਬ ਜਦੋਂ ਛੇਵੇਂ ਪਾਤਸ਼ਾਹ ਗਏ। ਬਾਬਾ ਚੰਦਮਲ ਜੀ ਤੇ ਬਾਬਾ ਸੁੰਦਰ ਜੀ ਖੁਸ਼ ਹੋਏ ਨੇ। ਕਹਿਤ ਸੁਨਤ ਬਚ ਸੰਗ ਸਿਧਾਏ। ਬਾਬਾ ਚੰਦਮਲ ਜੀ ਤੇ ਬਾਬਾ ਸਾਵਣਮਲ ਜੀ ਗੁਰੂ ਸਾਹਿਬ ਨੂੰ ਵਿਦਾ ਕਰਨ ਲਈ ਨਾਲ ਹੋਰ ਬਜ਼ੁਰਗਾਂ ਨੂੰ ਲੈ ਕੇ, ਸੰਗਤ ਨੂੰ ਲੈ ਕੇ ਤੁਰ ਪਏ ਨੇ। ਤੀਨ ਦੇਹਰੇ ਤੀਰ ਵਿਪਾਸਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸ੍ਰੀ ਗੋਇੰਦਵਾਲ ਸਾਹਿਬ ਬਿਆਸਾ ਦੇ ਦਰਿਆ ਦੇ ਕਿਨਾਰੇ ਤੇ 3 ਦਿਉਰੇ ਸਨ। ਇੱਕ ਦਿਉਰਾ ਮਹਾਰਾਜ ਗੁਰੂ ਅਮਰਦਾਸ ਜੀ ਦਾ, ਇੱਕ ਗੁਰੂ ਰਾਮਦਾਸ ਜੀ ਦਾ, ਤੇ ਇੱਕ ਬੀਬੀ ਭਾਨੀ ਜੀ ਦਾ।
ਇਹਨਾਂ ਤਿੰਨਾਂ ਦੇ ਜਾ ਕੇ ਛੇਵੇਂ ਪਾਤਸ਼ਾਹ ਨੂੰ ਬਾਬਾ ਸੁੰਦਰ ਜੀ ਨੇ ਦਰਸ਼ਨ ਕਰਵਾਏ ਹਨ। ਪੱਗ ਸੋਂ ਗਏ ਗੁਰੂ ਤਿਨ ਪਾਸ। ਮਹਾਰਾਜ ਉੱਥੇ ਘੋੜੇ ਤੇ ਚੜ੍ਹ ਕੇ ਨਹੀਂ ਗਏ, ਨੰਗੇ ਪੈਰੀ ਗਏ, ਪੈਦਲ ਗਏ, ਕਿਉਂਕਿ ਗੁਰੂ ਕੇ ਅਸਥਾਨਾਂ ਦਾ ਜਿੰਨਾ ਸਤਿਕਾਰ ਕਰ ਲੋ ਓਨਾ ਹੀ ਚੰਗਾ ਹੈ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਗੁਰ ਸਿੱਖੀ ਸੋ ਥਾਨ ਭਾਲਿਆ, ਲੈ ਧੂੜ ਮੁਖ ਲਾਵਾ। ਜਿੱਥੇ ਗੁਰੂ ਦੇ ਚਰਨ ਪਏ ਹੁਣ ਉੱਥੋਂ ਦੀ ਧੂੜ ਮੱਥੇ ਨੂੰ ਲਾਈ ਦੀ ਹੈ। ਉੱਥੇ ਜਿੰਨਾ ਕੁ ਹੋਵੇ ਅਦਬ ਨਾਲ ਜਾਈਦਾ। ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਦੇ ਦਿਓਰਿਆਂ ਦੇ ਦਰਸ਼ਨ ਕਰਨ ਚੱਲੇ ਹੈ। ਘੋੜੇ ਤੇ ਨਹੀਂ, ਪੈਦਲ ਗਏ ਹਨ। ਪਿਤਾ ਮਾਤ ਭਾਨੀ ਅਸਥਾਨ। ਪਿਤਾ ਗੁਰੂ ਰਾਮਦਾਸ ਜੀ ਦਾ ਤੇ ਮਾਂ ਦਾਦੀ ਬੀਬੀ ਭਾਨੀ, ਗੁਰੂ ਅਰਜਨ ਦੇਵ ਜੀ ਦੀ ਮਾਂ, ਗੁਰੂ ਹਰਗੋਬਿੰਦ ਸਾਹਿਬ ਦੀ ਦਾਦੀ, ਉਹਨਾਂ ਦਾ ਦਿਓਰਾ ਬਣਿਆ ਹੋਇਆ ਹੈ। ਕੀਨ ਬੰਦਨਾ ਧਰ ਮਨ ਧਿਆਨ। ਜਾ ਕੇ ਦਾਦੀ ਦੇ ਚਰਨਾਂ ਵਿੱਚ ਮੱਥਾ ਟੇਕਿਆ, ਨਮਸਕਾਰ ਕੀਤੀ ਹੈ। ਪੁਨ ਗੁਰ ਅਮਰਬਾਨ ਕਰ ਨਮੋ। ਫਿਰ ਗੁਰੂ ਅਮਰਦਾਸ ਜੀ ਦੇ ਸਥਾਨ ਤੇ ਨਮਸਕਾਰ ਕੀਤੀ ਹੈ। ਲੈ ਕਰ ਨਾਮ ਸਿਮਰਤਿ ਸਮੋ। ਧੰਨ ਗੁਰੂ ਅਮਰਦਾਸ, ਧੰਨ ਗੁਰੂ ਅਮਰਦਾਸ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ। ਆਪ ਜੀ ਦੇ ਬੱਚੇ ਆ, ਤੁਹਾਡੇ ਚਰਨਾਂ 'ਚ ਆਏ ਆ, ਸਾਡੀ ਨਮਸਕਾਰ ਪ੍ਰਵਾਨ ਕਰੋ, ਸਾਡੀ ਯਾਤਰਾ ਸਫਲੀ ਕਰੋ, ਸਾਨੂੰ ਆਪਣੇ ਚਰਨਾਂ ਦਾ ਪਿਆਰ, ਸਿੱਖੀ, ਸਿਦਕ, ਭਰੋਸਾ, ਨਾਮਦਾਨ ਬਖਸ਼ੋ। ਇਹ ਅਰਦਾਸ ਕੀਤੀ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ। ਸ੍ਰੀ ਗੁਰੂ ਰਾਮਦਾਸ ਥਲ ਬੰਦੇ। ਫਿਰ ਗੁਰੂ ਰਾਮਦਾਸ ਜੀ ਦੇ ਦਿਓਰੇ ਸਾਹਿਬ ਤੇ ਮੱਥਾ ਟੇਕਿਆ ਹੈ। ਖਰੇ ਹੋਏ ਪੁਨ ਪਿਖਤ ਮੁਕੰਦੇ। ਤਿੰਨੇ ਦਿਓਰੇ ਨੇੜੇ ਨੇੜੇ ਦਰਿਆ ਬਿਆਸਾ ਦੇ ਕੰਢੇ ਤੇ ਬਣੇ ਹੋਏ ਸਨ। ਪਹਿਲਾਂ ਗੁਰੂ ਅਮਰਦਾਸ ਮਹਾਰਾਜ 1574 ਨੂੰ ਜੋਤੀ ਜੋਤ ਸਮਾਏ। ਉਹਨਾਂ ਦਾ ਸੰਸਕਾਰ ਇੱਥੇ ਹੋਇਆ, ਬਿਆਸਾ ਦੇ ਕੰਢੇ ਤੇ ਦਿਓਰਾ ਬਣਾਇਆ ਗਿਆ। ਫਿਰ ਗੁਰੂ ਰਾਮਦਾਸ ਜੀ 1581 ਦੇ ਵਿੱਚ ਜੋਤੀ ਜੋਤ ਸਮਾਏ, ਉਹਨਾਂ ਦਾ ਦਿਓਰਾ। ਫਿਰ ਬੀਬੀ ਭਾਨੀ ਜੀ ਵੀ ਜੋਤੀ ਜੋਤ ਸਮਾਏ, ਉਹਨਾਂ ਦਾ ਸੰਸਕਾਰ ਵੀ ਇੱਥੇ ਹੀ ਹੋਇਆ। ਇਹ ਤਿੰਨੇ ਅਸਥਾਨਾਂ ਤੇ ਜਦੋਂ ਮਹਾਰਾਜ ਦਰਸ਼ਨ ਕੀਤੇ ਹਨ। ਪੱਤਰ ਪਰੇ ਤਰ ਖਗ ਬਿਠ ਕੇਰੇ। ਕੀ ਦੇਖਿਆ ਕਿ ਦਰਖਤਾਂ ਦੇ ਪੱਤੇ ਉੱਡ ਉੱਡ ਕੇ ਦਿਓਰੇ ਸਾਹਿਬਾਂ ਦੇ ਉੱਤੇ ਪਏ ਹਨ। ਦਿਓਰੇ ਸਾਹਿਬਾਂ ਦੀ ਸਫਾਈ ਨਹੀਂ ਹੈ ਤੇ ਪੰਛੀਆਂ ਨੇ ਵਿਠਾਂ ਵੀ ਕੀਤੀਆਂ ਹੋਈਆਂ ਹਨ। ਬੜਨੀ ਭੀ ਨਹਿ ਕਿਨਹੂ ਫੇਰੇ। ਕਿਸੇ ਨੇ ਝਾੜੂ ਵੀ ਨਹੀਂ ਫੇਰਿਆ, ਸਫਾਈ ਨਹੀਂ ਕੀਤੀ ਕਿਸੇ ਨੇ। ਮਹਾਰਾਜ ਗੁਰੂ ਅਮਰਦਾਸ ਦੇ ਸਮਾਧੇ ਤੇ, ਸਤਿਗੁਰੂ ਰਾਮਦਾਸ ਜੀ ਦੇ ਅੰਗੀਠੇ ਤੇ, ਸਤਿਗੁਰੂ ਜੀ ਦੇ ਮਹਿਲ ਬੀਬੀ ਭਾਨੀ ਜੀ ਜੋ ਗੁਰੂ ਅਮਰਦਾਸ ਦੀ ਪੁੱਤਰੀ ਸੀ, ਗੁਰੂ ਰਾਮਦਾਸ ਦੀ ਪਤਨੀ ਸੀ, ਗੁਰੂ ਅਰਜਨ ਦੇਵ ਜੀ ਦੀ ਮਾਂ ਸੀ। ਇਹੋ ਜਿਹੀ ਮਹਾਨ ਇਸਤਰੀ ਸੰਸਾਰ ਤੇ ਕੋਈ ਨਹੀਂ ਹੋਈ ਜਿਹਦਾ ਪਿਓ ਵੀ ਗੁਰੂ ਹੋਵੇ, ਪਤੀ ਵੀ ਗੁਰੂ ਹੋਵੇ ਤੇ ਪੁੱਤਰ ਵੀ ਗੁਰੂ ਹੋਵੇ। ਉਹ ਬੀਬੀ ਭਾਨੀ, ਉਹਦੀ ਸਮਾਧ ਉੱਤੇ ਵੀ ਪੱਤੇ ਪਏ ਹਨ ਤੇ ਸਫਾਈ ਕੋਈ ਨਹੀਂ ਹੈ। ਕਹਿਓ ਕਿ ਸਿੱਖ ਸਾਧ ਇਹ ਥਾਨ। ਮਹਾਰਾਜ ਕਹਿੰਦੇ ਬਾਬਾ ਸੁੰਦਰ ਜੀ, ਬਾਬਾ ਚੰਦਮਲ ਜੀ, ਕੋਈ ਸੇਵਾਦਾਰ, ਕੋਈ ਸਾਧੂ ਗੁਰਸਿੱਖ ਨਾਮ ਜਪਣ ਵਾਲਾ ਇੱਥੇ ਛੱਡਣਾ ਚਾਹੀਦਾ ਸੀ। ਜਿਹੜਾ ਇੱਥੇ 2 ਟਾਈਮ ਝਾੜੂ ਕਰਦਾ, ਦੀਵਾ ਬਾਲਦਾ, ਸਫਾਈ ਕਰਦਾ, ਇਹਦੀ ਸਫਾਈ ਕਿਉਂ ਨਹੀਂ ਕਰਦੇ? ਹਾਂਜੀ, ਕਿਉਂ ਨਹਿ ਕਰਿਓ ਬਿਠਾਵਨ ਆਨ। ਇੱਥੇ ਲਿਆ ਕੇ ਕੋਈ ਸੇਵਾਦਾਰ ਕਿਉਂ ਨਹੀਂ ਬਿਠਾਇਆ? ਇਹ ਮਹਾਰਾਜ ਦੇ ਦਿਓਰੇ ਹਨ, ਗੁਰੂ ਅਮਰਦਾਸ ਜੀ ਦਾ, ਗੁਰੂ ਰਾਮਦਾਸ ਜੀ ਦਾ ਤੇ ਬੀਬੀ ਭਾਨੀ ਮਾਤਾ ਦਾ ਸਾਡਾ ਸਥਾਨ ਹੈ। ਇੱਥੇ ਤਾਂ ਸਫਾਈ ਹੋਣੀ ਚਾਹੀਦੀ ਹੈ। ਹਾਂਜੀ, ਜਾਂ ਤੇ ਸਮੇਂ ਪਾਏ ਕਰ ਇਹ। ਕਹਿਣ ਲੱਗੇ ਇਹਨਾਂ ਦੀ ਸੇਵਾ ਨਹੀਂ ਹੋ ਰਹੀ, ਇਸ ਕਰਕੇ ਸਮਾਂ ਪਾ ਕੇ ਇੱਕ ਟਾਈਮ ਆਵੇਗਾ। ਨਦੀ ਬਿਪਾਸਾ ਨਿਜ ਵਿੱਚ ਇਹ ਤਿੰਨੇ ਦਿਓਰੇ ਨਦੀ ਬਿਆਸਾ ਦੇ ਵਿੱਚ ਚਲੇ ਜਾਣਗੇ, ਅਲੋਪ ਹੋ ਜਾਣਗੇ। ਸਾਧ ਸੰਗਤ ਜੀ, ਹੁਣ ਗੋਇੰਦਵਾਲ ਸਾਹਿਬ ਉਹ ਦਿਓਰੇ ਨਹੀਂ, ਦਰਸ਼ਨ ਨਹੀਂ ਹੁੰਦੇ। ਕਿਸੇ ਜ਼ਮਾਨੇ 'ਚ ਬਣੇ ਸਨ, ਪਰ ਗੁਰੂ ਹਰਗੋਬਿੰਦ ਸਾਹਿਬ ਐਸਾ ਬਚਨ ਕੀਤਾ, ਉਹ ਤਿੰਨੇ ਦਿਓਰੇ ਬਿਆਸਾ ਦਰਿਆ ਦੇ ਵਿੱਚ ਜਲ ਪ੍ਰਵਾਹ ਹੋ ਗਏ। ਉਹ ਨਿਸ਼ਾਨੀਆਂ ਅਲੋਪ ਹੋ ਗਈਆਂ। ਜਿੱਥੇ ਤੀਸਰੇ ਚੌਥੇ ਪਾਤਸ਼ਾਹ ਦਾ ਸੰਸਕਾਰ ਹੋਇਆ ਤੇ ਬੀਬੀ ਭਾਨੀ ਜੀ ਦਾ ਸੰਸਕਾਰ ਹੋਇਆ। ਹਾਂਜੀ, ਅਸ ਕਹਿ ਲਿਓ ਮੰਗਾਏ ਤੁਰੰਗਾ। ਇੱਦਾਂ ਇਹ ਬਚਨ ਕਰਤਾ ਵੀ ਤਿੰਨੇ ਦਿਓਰੇ
ਦਰਿਆ ਬਿਆਸਾ ਆਪਣੇ ਵਿੱਚ ਲੀਨ ਕਰ ਲੈ। ਇਹ ਹੁਣ ਇਹਨਾਂ ਦੀ ਸੇਵਾ ਨਹੀਂ ਹੋ ਰਹੀ। ਇਉਂ ਕਹਿ ਕੇ ਆਪਣਾ ਘੋੜਾ ਮੰਗਵਾ ਲਿਆ। ਭਏ ਅਰੂੜਨ ਸ਼ੋਭਤ ਅੰਗਾ। ਬੜੇ ਸੋਹਣੇ ਸਰੂਪ ਵਾਲੇ ਮਹਾਰਾਜ ਛੇਵੇਂ ਪਾਤਸ਼ਾਹ ਘੋੜੇ ਤੇ ਸਵਾਰ ਹੋਏ ਨੇ। ਪਿਖ ਸੁੰਦਰ ਸੁੰਦਰ ਸੁਖ ਕੰਦ। ਬਾਬਾ ਸੁੰਦਰ ਜੀ ਨੇ ਸੁੱਖਾਂ ਦੇ ਦਾਤੇ ਸੋਹਣੇ ਸਰੂਪ ਵਾਲੇ ਸਤਿਗੁਰੂ ਜੀ ਨੂੰ ਵੇਖ ਕੇ ਚੰਦ ਮਲ ਮੁਖ ਚੰਦ ਆਨੰਦ। ਤੇ ਬਾਬਾ ਚੰਦਮਲ ਜੀ ਨੇ ਮਹਾਰਾਜ ਦੇ ਚੰਦਰਮਾ ਵਰਗੇ ਮੁਖੜੇ ਦੇ ਦਰਸ਼ਨ ਕੀਤੇ ਨੇ। ਧੁੰਦ ਬੰਦ ਕਰ ਪਦ ਅਰਬਿੰਦ। ਦੋਵੇਂ ਹੱਥ ਜੋੜ ਕੇ ਚਰਨਾਂ ਤੇ ਮੱਥਾ ਟੇਕਿਆ ਹੈ। ਬੰਦਤ ਭੇ ਸ੍ਰੀ ਹਰਗੋਬਿੰਦ। ਗੁਰੂ ਹਰਗੋਬਿੰਦ ਸਾਹਿਬ ਨੂੰ ਨਮਸਕਾਰ ਕੀਤੀ ਹੈ। ਤੇ ਗੁਰੂ ਸਾਹਿਬ ਨੇ ਵੀ ਬਾਬਾ ਸੁੰਦਰ ਜੀ ਨੂੰ ਤੇ ਬਾਬਾ ਚੰਦਮਲ ਜੀ ਨੂੰ ਨਮਸਕਾਰ ਕੀਤੀ। ਸਤਿਕਾਰ ਦੇ ਨਾਲ ਇੱਕ ਦੂਜੀ ਨੂੰ ਬੜੇ ਪਿਆਰ ਨਾਲ ਵਿਛੜੇ ਹਨ। ਵਿਛੜ ਨਾ ਸਕਹਿ ਪ੍ਰੇਮ ਚਿਤ ਗਾਢੇ। ਬਾਬਾ ਸੁੰਦਰ ਜੀ ਤੇ ਬਾਬਾ ਚੰਦਮਲ ਜੀ ਛੇਵੇਂ ਪਾਤਸ਼ਾਹ ਤੋਂ ਵਿਛੜਨਾ ਨਹੀਂ ਚਾਹੁੰਦੇ। ਬੜਾ ਹੀ ਪ੍ਰੇਮ ਅੱਖਾਂ ਵਿੱਚ ਹੰਝੂ ਆ ਗਏ ਦੋਵਾਂ ਦੇ। ਭਨੇ ਗੁਰੂ ਨਹਿ ਹੋਵਤ ਠਾਂਡੇ। ਮਹਾਰਾਜ ਕਹਿੰਦੇ ਬਾਬਾ ਜੀ ਤੁਸੀਂ ਇੱਥੇ ਖੜੋ, ਹੁਣ ਸਾਨੂੰ ਜਾਣ ਦਿਓ। ਤੇ ਬਾਬਾ ਚੰਦਮਲ ਜੀ ਘੋੜੇ ਦੇ ਨਾਲ ਨਾਲ ਤੁਰਦੇ ਅੱਗੇ ਅੱਗੇ। ਬਾਬਾ ਸੁੰਦਰ ਜੀ ਵੀ ਨਾਲ। ਮਹਾਰਾਜ ਕਹਿੰਦੇ ਬਾਬਾ ਜੀ ਤੁਸੀਂ ਵੱਡੇ ਹੋ, ਉਮਰ 'ਚ ਵੀ ਵੱਡੇ ਹੋ, ਪਦਵੀ ਵੀ ਤੁਹਾਡੀ ਵੱਡੀ, ਤੁਸੀਂ ਗੁਰੂ ਅਮਰਦਾਸ ਦੇ ਪੋਤੇ ਪੜਪੋਤੇ ਹੋ, ਇੱਥੇ ਖੜੋ। ਤੇ ਉਹ ਕਹਿੰਦੇ ਨਹੀਂ ਮਹਾਰਾਜ ਆਪ ਸਾਡੇ ਸਤਿਗੁਰੂ ਹੋ, ਸਤਿਗੁਰੂ ਦੇ ਦਰਸ਼ਨ ਕਰ ਲਈਏ ਰਜ ਰਜ ਕੇ। ਐਸਾ ਪ੍ਰੇਮ ਸੀਗਾ ਸਾਧ ਸੰਗਤ ਜੀ ਉਸ ਵੇਲੇ। ਅੱਜ ਕੱਲ੍ਹ ਤੇ ਕੋਈ ਘਰ ਆਵੇ ਪਹਿਲੀ ਗੱਲ ਤਾਂ ਬੂਹਾ ਨਹੀਂ ਖੋਲ੍ਹਦੇ। ਜੇ ਖੋਲ੍ਹ ਦੇਣ ਤੇ ਕਹਿੰਦੇ ਵੀ ਛੇਤੀ ਦਫਾ ਹੋਵੇ ਤੇ ਫਾ ਠਾ ਦਰਵਾਜ਼ਾ ਮਾਰਦੇ, ਘਰ ਕੱਢ ਕੇ ਇੰਨਾ ਵੀ ਨਹੀਂ ਵੀ ਚਲ ਬਾਹਰ ਦਰਵਾਜ਼ੇ ਤੱਕ ਹੀ ਛੱਡ ਆਈਏ। ਇਹਨਾਂ ਗੱਲਾਂ ਦਾ ਪਤਾ ਹੀ ਕੋਈ ਨਹੀਂ ਰਿਹਾ। ਘਰ ਆਏ ਸਾਧੂ ਸੰਤ ਦਾ ਸਤਿਕਾਰ ਕਿਵੇਂ ਕਰਨਾ ਹੈ, ਬਜ਼ੁਰਗਾਂ ਦਾ ਸਤਿਕਾਰ ਕਿਵੇਂ ਕਰਨਾ, ਵੱਡੇ ਛੋਟੇ ਦੀ ਕੀ ਤਮੀਜ਼ ਹੁੰਦੀ, ਸਭ ਚੀਜ਼ਾਂ ਗਈਆਂ। ਉੱਦਾਂ ਕਹਿੰਦੇ ਸੀ ਕਾਲਜਾਂ ਸਕੂਲਾਂ ਯੂਨੀਵਰਸਿਟੀਆਂ 'ਚ ਪੜ੍ਹੇ, ਡਿਗਰੀਆਂ ਕੀਤੀਆਂ। ਕਾਹਦੀਆਂ ਡਿਗਰੀਆਂ ਸਾਡੀਆਂ, ਸਾਨੂੰ ਇੰਨੀ ਵੀ ਪਤਾ ਨਹੀਂ ਵੀ ਵੱਡੇ ਛੋਟੇ ਦੀ ਇੱਜ਼ਤ ਕੀ ਹੁੰਦੀ ਹੈ, ਜਲ ਪਾਣੀ ਕਿਵੇਂ ਪੁੱਛੀਦਾ, ਬਿਠਾਈ ਦਾ ਕਿਵੇਂ ਹੈ, ਕੋਈ ਘਰ ਆਵੇ ਤੇ ਉਹਦੀ ਇੱਜ਼ਤ ਕਿਵੇਂ ਕਰੀਦੀ ਹੈ। ਸਭ ਚੀਜ਼ਾਂ ਗਵਾ ਬੈਠੇ ਅਸੀਂ, ਆਪਣਾ ਕਲਚਰ ਗਵਾ ਬੈਠੇ। ਇੱਥੋਂ ਦੇ ਬੱਚਿਆਂ ਨੂੰ ਇੰਨਾ ਵੀ ਨਹੀਂ ਸਿਖਾਇਆ ਵੀ ਬਜ਼ੁਰਗਾਂ ਦੇ ਗੋਡੀ ਹੱਥ ਲਾਈਦਾ ਜਾਂ ਪੈਰੀ ਹੱਥ ਲਾਈਦਾ। ਇੱਥੋਂ ਦੇ 7 ਸਾਲ ਦਾ ਨਿਆਣਾ ਆ ਕੇ ਦਾਦੇ ਦੇ ਉੱਤੋਂ ਦੀ ਪਿਆਰ ਦਿੰਦਾ ਇਉਂ ਕਰਕੇ। ਸਾਧ ਸੰਗਤ ਜੀ ਇਹ ਅਸੀਂ ਪਛਤਾਵਾਂਗੇ ਜੇ ਆਪਣਾ ਕਲਚਰ ਭੁੱਲ ਗਏ। ਆਪਣਾ ਕਲਚਰ ਜਿੰਦਾ ਰੱਖਣਾ ਸਾਡਾ ਫਰਜ਼ ਹੈ। ਅਸੀਂ ਚੰਗੀਆਂ ਚੀਜ਼ਾਂ ਗੋਰਿਆਂ ਤੋਂ ਸਿੱਖੀਏ, ਆਪਣੀਆਂ ਚੰਗੀਆਂ ਚੀਜ਼ਾਂ ਵੀ ਨਾ ਜਾਣ ਦਈਏ, ਆਪਣੇ ਬੱਚਿਆਂ ਨੂੰ ਸਿਖਾਈਏ। ਵੱਡੇ ਛੋਟੇ ਦਾ ਸਤਿਕਾਰ ਕੀ ਹੈ, ਘਰ ਕੋਈ ਆਵੇ ਤੇ ਕਿਵੇਂ ਮਿਲਣਾ, ਉਹਦਾ ਆਓ ਜੀ ਬੈਠੋ ਜੀ, ਸਭ ਤੋਂ ਪਹਿਲਾਂ ਪਾਣੀ ਪੁੱਛਣਾ। ਫਿਰ ਜੇ ਦੁੱਧ ਚਾਹ ਛਕਦਾ ਦੁੱਧ ਚਾਹ ਛਕਾਓ, ਪ੍ਰਸ਼ਾਦਾ ਦਾ ਟਾਈਮ ਹੈ ਪ੍ਰਸ਼ਾਦਾ ਛਕਾਓ। ਤੇ ਗੱਲਬਾਤ ਪੁੱਛੋ ਵੀ ਕੀ ਕਿਵੇਂ ਆਏ ਹੋ ਜੀ, ਬੜੀ ਕਿਰਪਾ ਕੀਤੀ ਹੈ, ਸਾਨੂੰ ਸੇਵਾ ਦੱਸੋ। ਜਦੋਂ ਜਾਣ ਲੱਗੇ ਤੇ ਉਹਨੂੰ ਬੂਹੇ ਤੱਕ ਛੱਡ ਕੇ ਤੇ ਆਓ ਘੱਟੋ ਘੱਟ। ਇਹ ਤਾਂ ਨਾ ਹੋਵੇ ਵੀ ਠਾਹ ਦਰਵਾਜ਼ਾ ਬੰਦ, ਅਗਲਾ ਵੇਖੇ ਵੀ ਪਿਛਲਿਆਂ ਨੂੰ ਕੀ ਹੋ ਗਿਆ, ਕਿੱਥੇ ਅਲੋਪ ਹੋ ਗਏ। ਇਹ ਸਲੀਕਾ ਨਹੀਂ। ਬਾਬਾ ਚੰਦਮਲ ਜੀ ਤੇ ਬਾਬਾ ਸਾਵਣਮਲ ਜੀ ਗੁਰੂ ਸਾਹਿਬ ਦੇ ਨਾਲ ਹੀ ਤੁਰੇ ਜਾਂਦੇ। ਮਹਾਰਾਜ ਕਹਿੰਦੇ ਬਾਬਾ ਜੀ ਹੁਣ ਵਾਪਸ ਜਾਓ। ਉਹ ਕਹਿੰਦੇ ਨਹੀਂ ਮਹਾਰਾਜ ਆਪ ਜੀ ਦੀਨ ਦੁਨੀਆ ਦੇ ਮਾਲਕ ਹੋ ਤੇ ਅਸੀਂ ਤੁਹਾਡੇ ਦਰਸ਼ਨ ਕਰ ਰਹੇ ਹਾਂ। ਇੰਨਾ ਪਿਆਰ ਸੀਗਾ ਉਸ ਵੇਲੇ। ਕਹਿ ਕਰ ਤਰਨੀ ਨਿਕਟ ਹਕਾਰੀ। ਫਿਰ ਸਾਧ ਸੰਗਤ ਜੀ ਬਲਾਵਾਂ ਨੂੰ ਇਸ਼ਾਰਾ ਕੀਤਾ, ਉਹ ਬੇੜੀਆਂ ਲੈ ਕੇ ਆ ਗਏ। ਬੇੜੀਆਂ ਨੇੜੇ ਆ ਗਈਆਂ। ਚੜੇ ਤੁਰਤ ਹੋਵਨ ਹਿਤ ਪਾਰੀ। ਦਰਿਆ ਦੀਆਂ ਵੱਡੀਆਂ ਵੱਡੀਆਂ ਬੇੜੀਆਂ, ਵੱਡੇ ਵੱਡੇ ਕਿਸ਼ਤੀਆਂ 'ਚ ਮਹਾਰਾਜ ਸਵਾਰ ਹੋ ਕੇ ਮਾਝੇ ਵੱਲੋਂ ਦੁਆਬੇ ਨੂੰ ਆ ਰਹੇ ਨੇ। ਹਾਂਜੀ, ਦੋਨੋਂ ਸੰਗ ਸੋ ਨੌਕਾ ਚੜੇ। ਮਹਾਰਾਜ ਦੇ ਨਾਲ ਬਾਬਾ ਚੰਦਮਲ ਜੀ ਤੇ ਸਾਵਣ ਬਾਬਾ ਸੁੰਦਰ ਜੀ ਕਿਸ਼ਤੀ 'ਚ ਵੀ ਬਹਿ ਗਏ। ਮਹਾਰਾਜ ਕਹਿੰਦੇ ਇੱਥੇ ਰੁਕ ਜਾਓ। ਕਹਿੰਦੇ ਨਹੀਂ ਮਹਾਰਾਜ ਪਰਲੇ ਪਾਸੇ ਤੇ ਛੱਡ ਆਈਏ, ਦਰਿਆ ਪਾਰ ਲੰਘਾ ਕੇ ਆਵਾਂਗੇ। ਕਿੱਡਾ ਪਿਆਰ ਸੀਗਾ। ਕਹਿੰਦੇ ਦੋਵੇਂ ਹੀ ਨਾਲ ਮਹਾਰਾਜ ਦੇ ਘੋੜੇ ਦੇ ਨਾਲ ਗਏ ਤੇ ਕਿਸ਼ਤੀ 'ਚ ਬਹਿ ਗਏ। ਹਾਂਜੀ, ਹਟ ਹੈ ਪਾਰ ਤੇ ਆਨੰਦ ਬੜੇ। ਕਹਿੰਦੇ ਮਹਾਰਾਜ ਅੱਧੇ ਘੰਟੇ 'ਚ ਦਰਿਆ ਪਾਰ ਹੋ ਜਾਣਾ, ਘੜੀ ਕੁ ਲੱਗਣੀ ਹੈ, ਅਸੀਂ ਉੱਥੋਂ ਵਾਪਸ ਆ ਜਾਵਾਂਗੇ। ਤੋ ਇੰਨਾ ਪਿਆਰ ਗੁਰੂ ਸਾਹਿਬ ਨੂੰ ਪਾਰ ਦਰਿਆ ਤੋਂ ਲੰਘਾਉਣ ਵਾਸਤੇ ਬਾਬਾ ਚੰਦਮਲ ਜੀ ਤੇ ਬਾਬਾ ਸੁੰਦਰ ਜੀ ਬੇੜੀ 'ਚ ਬੈਠ ਗਏ ਹਨ ਨਾਲ ਸਤਿਗੁਰਾਂ ਦੇ। ਸ੍ਰੀ ਗੁਰ ਦਿੱਤਾ ਸੰਗ ਸੁਹਾਏ। ਨਾਲ ਬਾਬਾ ਗੁਰਦਿੱਤਾ ਜੀ ਹਨ।
ਮਹਾਰਾਜ ਉਹਨਾਂ ਨੂੰ ਨਾਲ ਲਿਆਏ ਸਨ। ਛੋਟੇ ਸਾਹਿਬਜ਼ਾਦਿਆਂ ਨੂੰ ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ, ਅਟਲ ਰਾਏ ਜੀ ਤੇ ਤੇਗ ਬਹਾਦਰ ਜੀ ਨੂੰ ਗੋਇੰਦਵਾਲ ਸਾਹਿਬ ਛੱਡ ਆਏ ਸਨ। ਹਾਂਜੀ। ਤਰੀ ਅਪਰ ਪਰ ਭੱਟ ਸਮੁਦਾਏ। ਬਾਕੀ ਫੌਜ ਘੋੜਿਆਂ ਤੇ ਆਪਣੇ ਘੋੜੇ ਲੈ ਕੇ ਬੇੜਿਆਂ 'ਚ ਵੜ ਗਈ, ਕਿਉਂਕਿ ਬੇੜੇ ਬੜੇ ਬੜੇ ਵੱਡੇ ਨੇ ਉੱਥੇ, ਅਜੇ ਵੀ ਹਨ ਬਿਆਸਾ ਦੇ। ਹੁਣ ਤਾਂ ਖੈਰ ਪੁਲ ਬਣ ਗਿਆ ਉਹ ਮੁੰਡੀ ਮੋੜ ਵਾਲਾ। ਪਹਿਲਾਂ ਸਾਧ ਸੰਗਤ ਜੀ ਉਰਾਂ ਆਉਣ ਵਾਸਤੇ ਦਰਿਆ 'ਚ ਬੇੜੀਆਂ ਦਾ ਹੀ ਪੁਲ ਪੈਂਦਾ ਸੀ। ਉਹਦੇ ਬੇੜੀਆਂ 'ਚ ਘੋੜੇ ਵੀ ਚਾੜ ਲਏ, ਸਿੱਖ ਵੀ, ਫੌਜਾਂ ਵੀ ਚੜ੍ਹ ਗਈਆਂ। ਪ੍ਰੇਰੀ ਸਰਤਾ ਮਹਿ ਬਰ ਤਰਨੀ। ਬਹੁਤ ਸਾਰੀਆਂ ਬੇੜੀਆਂ ਉਹ ਦਰਿਆ 'ਚ ਠੇਲ ਦਿੱਤੀਆਂ ਮਲਾਹਾਂ ਨੇ। ਵੇਖ ਨਿਰਮਲ ਜਲ ਮਹਿਮਾ ਬਰਨੀ। ਉਦੋਂ ਪਾਣੀ ਦਰਿਆ ਦਾ ਨੀਲੇ ਰੰਗ ਦਾ ਸਾਫ ਸੁਥਰਾ ਵਗਿਆ ਕਰਦਾ ਸੀ। ਆਹ ਤਾਂ ਹੁਣ ਫੈਕਟਰੀਆਂ ਵਾਲਿਆਂ ਨੇ ਗੰਦਾ ਪਾਣੀ ਦਰਿਆਵਾਂ 'ਚ ਸੁੱਟ ਦਿੱਤਾ ਨਾ, ਤੇ ਬੁਰਾ ਹਾਲ ਕਰਤਾ ਹੈ। ਕੋਈ ਨਦੀ ਪੰਜਾਬ ਦੀ, ਹਿੰਦੁਸਤਾਨ ਦੀ ਸਾਫ਼ ਨਹੀਂ ਰਹਿਣ ਦਿੱਤੀ। ਪਰ ਉਦੋਂ ਨਦੀਆਂ ਨੂੰ ਪਵਿੱਤਰ ਮੰਨਦੇ ਸਨ ਤੇ ਇਹਨਾਂ 'ਚ ਗੰਦਗੀ ਨਹੀਂ ਸੀ ਸੁੱਟਦੇ। ਅਸੀਂ ਆਪ ਆਪਣੇ ਬਜ਼ੁਰਗਾਂ ਕੋਲੋਂ ਸੁਣਿਆ ਵੀ ਮਾੜੇ ਹੱਥ ਵੀ, ਜੂਠੇ ਹੱਥ ਵੀ ਨਦੀ 'ਚ ਨਹੀਂ ਸੀ ਧੋਂਦੇ, ਕਹਿੰਦੇ ਵੀ ਜੂਠੇ ਹੱਥ ਵੀ। ਤੇ ਹੁਣ ਤੇ ਗੰਦਾ ਪਾਣੀ ਸਾਰੇ ਸ਼ਹਿਰਾਂ ਦਾ ਉਹ ਨਾਲੇ ਜਿਹੜੇ ਨੇ ਲਿਆ ਲਿਆ ਕੇ ਸੀਵਰੇਜ ਉਹ ਸੁੱਟਦੇ ਹੀ ਦਰਿਆ ਦੇ ਵਿੱਚ ਨੇ। ਕੈਮੀਕਲ ਸਾਰੀਆਂ ਫੈਕਟਰੀਆਂ ਦੇ ਉਹ ਦਰਿਆ 'ਚ ਸੁੱਟਦੇ ਨੇ। ਸੋ ਉਸ ਵੇਲੇ ਬੜਾ ਨਿਰਮਲ ਜਲ ਬਿਆਸਾ ਦਾ ਵਗਦਾ। ਗੁਰੂ ਸਾਹਿਬ, ਗੁਰੂ ਅਮਰਦਾਸ ਜੀ ਉੱਥੋਂ ਜਲ ਲੈਣ ਆਉਂਦੇ ਸੀ। 12 ਸਾਲ ਲਿਆਉਂਦੇ ਰਹੇ ਖਡੂਰ ਸਾਹਿਬ ਗਾਗਰ ਪਾਣੀ ਦੀ। ਗੁਰੂ ਸਾਹਿਬ ਨੂੰ, ਗੁਰੂ ਅੰਗਦ ਦੇਵ ਜੀ ਨੂੰ ਇਸ਼ਨਾਨ ਕਰਾਉਣ ਲਈ ਕਿਉਂ ਲਿਆਉਂਦੇ ਸੀ? ਸਾਫ਼ ਸੀ ਤਾਂ ਹੀ। ਤੇ ਜੇ ਅੱਜ ਵਰਗਾ ਹੁੰਦਾ ਪਾਣੀ ਫਿਰ ਕਿੱਥੇ ਇਸ਼ਨਾਨ ਕਰਨਾ ਸੀ? ਸੋ ਸਾਧ ਸੰਗਤ ਜੀ, ਬੜਾ ਸਾਫ਼ ਸੁਥਰਾ ਜਲ ਬਿਆਸਾ ਦਾ। ਗੁਰੂ ਸਾਹਿਬ ਵਿੱਚ ਬੈਠੇ ਨੇ ਬੇੜੀ ਦੇ, ਆਲੇ ਦੁਆਲੇ ਨਿਰਮਲ ਨੀਲਾ ਨੀਲਾ ਦਰਿਆ ਦਾ ਪਾਣੀ ਵਗ ਰਿਹਾ ਹੈ। ਮੱਛ ਕੱਛ ਜਲ ਜੰਤ ਵਿਸਾਲਾ। ਵੱਡੇ ਵੱਡੇ ਮੱਛ, ਮੱਛੀਆਂ, ਬਹੁਤ ਸਾਰੇ ਕੱਛੂ ਕੁੰਮੇ ਤੇ ਪਾਣੀ ਦੇ ਜੀਵ ਥੱਲੇ ਮਹਾਰਾਜ ਦੇ ਦਰਸ਼ਨ ਕਰ ਰਹੇ ਨੇ। ਹਾਂਜੀ। ਤੀਰ ਅਲੰਕ੍ਰਿਤ ਸਾਰਸ ਜਾਲਾ। ਤੇ ਕਹਿੰਦੇ ਸਾਰਸ, ਹੋਰ ਕਈ ਪ੍ਰਕਾਰ ਦੇ ਪੰਛੀ ਦਰਿਆ ਦੇ ਕਿਨਾਰੇ ਦੀ ਸ਼ੋਭਾ ਵਧਾ ਰਹੇ ਨੇ। ਤਰੇ ਤੁਰਤ ਤਰਨੀ ਪਰ ਤੀਰ। ਮਹਾਰਾਜ ਮਾਝੇ ਵਾਲੇ ਪਾਸਿਓਂ, ਗੋਇੰਦਵਾਲ ਸਾਹਿਬ ਵਾਲੇ ਪਾਸਿਓਂ ਚੜ੍ਹ ਕੇ ਦੁਆਬੇ ਵਾਲੇ ਪਾਸੇ ਨੂੰ, ਜ਼ਿਲ੍ਹੇ ਕਪੂਰਥਲੇ ਦਾ ਇਲਾਕਾ ਹੈ, ਇੱਧਰ ਆ ਗਏ ਨੇ। ਉਤਰੇ ਸ੍ਰੀ ਹਰ ਗੋਬਿੰਦ ਧੀਰ। ਉਰਲੇ ਕਿਨਾਰੇ ਤੇ ਆ ਕੇ 6ਵੇਂ ਪਾਤਸ਼ਾਹ ਬੇੜੀ ਤੋਂ ਉਤਰੇ ਨੇ। ਸੁੰਦਰ ਚੰਦ ਮਲ ਕੇ ਸਾਥ। ਹੁਣ ਮਹਾਰਾਜ ਕਹਿਣ ਲੱਗੇ ਬਾਬਾ ਸੁੰਦਰ ਜੀ ਤੇ ਬਾਬਾ ਚੰਦਮਲ ਜੀ ਨੂੰ, ਬਹੁ ਬਿਦ ਭਾਉ ਧਾਰ ਕਰ ਨਾਥ। ਬੜੇ ਪ੍ਰੇਮ 'ਚ ਆ ਗਏ 6ਵੇਂ ਪਾਤਸ਼ਾਹ, ਬੜੀ ਭਾਵਨਾ ਵਿੱਚ ਆ ਗਏ। ਕਰੇ ਹਟਾਵਨ ਨਮੋ ਕਰਨ ਤੇ। ਮਹਾਰਾਜ ਕਹਿੰਦੇ ਬਾਬਾ ਜੀ ਹੁਣ ਸਾਨੂੰ ਆਗਿਆ ਦਿਓ ਤੇ ਤੁਸੀਂ ਵਾਪਸ ਸ੍ਰੀ ਗੋਇੰਦਵਾਲ ਸਾਹਿਬ ਜਾਓ। ਪੁਰਕੋ ਆਏ ਗੁਣ ਬਰਨਨ ਤੇ। ਤੇ ਬਾਬਾ ਸੁੰਦਰ ਜੀ ਤੇ ਬਾਬਾ ਚੰਦਮਲ ਜੀ ਦੋਵੇਂ ਚਾਚੇ ਭਤੀਜੇ ਗੁਰੂ ਹਰਗੋਬਿੰਦ ਸਾਹਿਬ ਦੇ ਗੁਣਾਂ ਦਾ ਵਰਣਨ ਕਰਦੇ ਬੇੜੀ ਤੇ ਬਹਿ ਕੇ ਵਾਪਸ ਗੋਇੰਦਵਾਲ ਸਾਹਿਬ ਆ ਗਏ। ਉਤ ਸਤਿਗੁਰ ਦੇ ਦਰਬ ਮਲਾਹੂ। ਉਧਰ ਮਹਾਰਾਜ 6ਵੇਂ ਪਾਤਸ਼ਾਹ ਨੇ ਮਲਾਹਾਂ ਨੂੰ ਬਹੁਤ ਪੈਸੇ ਦਿੱਤੇ। ਜਿਹੜੇ ਮਲਾਹ ਬੇੜੀਆਂ ਵਾਲੇ, ਉਹਨਾਂ ਕਿਸ਼ਤੀਆਂ ਵਾਲਿਆਂ ਮਲਾਹਾਂ ਨੂੰ, ਜਿਨ੍ਹਾਂ ਨੇ ਘੋੜੇ ਤੇ ਫੌਜਾਂ ਪਾਰ ਲੰਘਾਈਆਂ, ਸਾਰਿਆਂ ਨੂੰ ਬੁਲਾ ਕੇ ਗੁਰੂ ਜੀ ਨੇ ਮਾਇਆ ਦਿੱਤੀ ਹੈ। ਪ੍ਰਸਥਾਨੇ ਮਾਰਗ ਕੇ ਮਾਹੂ। ਤੇ ਮਹਾਰਾਜ ਆਪ ਉੱਥੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਰਾਹ ਪੈ ਗਏ ਨੇ, ਜਿਹੜਾ ਜਲੰਧਰ ਦੇ ਕੋਲ ਹੈ ਨਾ ਕਰਤਾਰਪੁਰ। ਇਹ ਮਹਾਰਾਜ 5ਵੇਂ ਪਾਤਸ਼ਾਹ ਨੇ ਵਸਾਇਆ ਸੀ ਦੁਆਬੇ 'ਚ, ਸਿੱਖੀ ਦਾ ਪ੍ਰਚਾਰ ਕਰਨ ਲਈ ਗੜ੍ਹ ਬਣਾਇਆ ਸੀ। ਇਹ ਕਰਤਾਰਪੁਰ ਸਾਹਿਬ ਜਲੰਧਰ ਦੇ ਕੋਲ। ਸਤਿਗੁਰੂ ਉਧਰ ਚੱਲ ਪਏ ਹਨ ਘੋੜਿਆਂ ਤੇ ਸਵਾਰ ਹੋ ਕੇ। ਉਤ ਕੌਲਾ ਜਬ ਗੁਰੂ ਪਠਾਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਧਰ ਮਾਤਾ ਕੌਲਾਂ ਜੀ ਦਾ ਬਚਨ ਪਿੱਛੇ ਆ ਚੁੱਕਾ ਹੈ ਵੀ ਜਦੋਂ ਬਾਬਾ ਬੁੱਢਾ ਜੀ ਨੇ ਬਚਨ ਕੀਤਾ, ਸੰਗਤ ਦੀ ਬੇਨਤੀ ਮੰਨ ਕੇ ਵੀ ਮਹਾਰਾਜ ਆਪ ਜੀ ਮਾਤਾ ਕੌਲਾਂ ਜੀ ਦਾ ਤਿਆਗ ਕਰ ਦਿਓ। ਤੇ ਸਤਿਗੁਰਾਂ ਨੇ ਕਿਹਾ ਵੀ ਉਹਨਾਂ ਦੀ ਤਾਂ ਉਮਰ ਹੀ ਥੋੜ੍ਹੇ ਦਿਨ ਰਹਿ ਗਈ ਹੈ ਤੇ ਉਹ ਅਸੀਂ ਗੋਇੰਦਵਾਲ ਸ੍ਰੀ ਕਰਤਾਰਪੁਰ ਸਾਹਿਬ ਭੇਜ ਦਿੰਦੇ। ਮਾਤਾ ਕੌਲਾਂ ਜੀ ਨੂੰ ਕਰਤਾਰਪੁਰ ਸਾਹਿਬ ਭੇਜ ਦਿੱਤਾ ਸੀਗਾ। ਜਦੋਂ ਕਰਤਾਰਪੁਰ ਆ ਗਈ ਸੀ ਨਾ ਮਾਤਾ ਕੌਲਾਂ ਜੀ, ਤਬ ਤੇ ਵਿਆਧ ਦੇਹ ਉਪਜਾਈ। ਉਸੇ ਦਿਨ ਤੋਂ ਬਿਮਾਰ ਹੋ ਗਏ ਸਨ, ਉਸੇ ਦਿਨ ਤੋਂ ਰੋਗੀ ਹੋ ਗਏ ਸਨ ਮਾਤਾ ਕੌਲਾਂ ਜੀ। ਦਿਨ ਪ੍ਰਤ ਬਾਧੇ ਭਈ ਬਿਮਾਰੀ। ਭਾਣਾ ਐਸਾ ਉਹਨਾਂ ਦੀ ਬਿਮਾਰੀ ਰੋਜ਼ ਵੱਧਦੀ ਗਈ।
ਮਾਤਾ ਕੌਲਾਂ ਦਿਨੋਂ ਦਿਨ ਬਿਮਾਰ ਹੁੰਦੀ ਗਈ। ਗੁਰ ਕੋ ਪ੍ਰੇਮ ਹਿਰਦੇ ਨਿਤ ਭਾਰੀ। ਪਰ ਸਰੀਰ ਤਾਂ ਜਾਂਦਾ ਰਿਹਾ, ਦਿਨੋਂ ਦਿਨ ਘਟਦਾ ਗਿਆ, ਪਰ ਗੁਰੂ ਦਾ ਪ੍ਰੇਮ ਦਿਨੋਂ ਦਿਨ ਵੱਧਦਾ ਗਿਆ। ਹਾਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵੈ ਚੱਲੈ ਜੀਉ। ਇਹ ਅਵਸਥਾ ਸੀ ਮਾਤਾ ਜੀ ਦੀ ਵੀ ਨਾ ਬੁਰਕੀ ਅੰਦਰ ਲੰਘਦੀ ਪ੍ਰਸ਼ਾਦੇ ਦੀ, ਤੇ ਨਾ ਨੀਂਦ ਆਵੇ, ਮੋਏ ਰਹਿਣ ਨਾ ਵਿਹਾਵੇ, ਨੀਂਦ ਨਾ ਆਵੇ, ਬਿਨ ਦੇਖੇ ਗੁਰ ਦਰਬਾਰੇ ਜੀਉ। ਐਸੀ ਪ੍ਰੇਮ ਦੀ ਦਸ਼ਾ ਵਿੱਚ ਮਾਤਾ ਜੀ ਉਡੀਕ ਰਹੇ ਸਨ। ਸਿਮਰਤ ਦਿਨ ਮਹਿ ਭੋਜਨ ਤਿਆਗਾ। ਗੁਰੂ ਨੂੰ ਯਾਦ ਕਰਦਿਆਂ ਭੋਜਨ ਭੁੱਲ ਗਿਆ, ਰੋਟੀ ਭੁੱਲ ਗਈ, ਖਾਣਾ ਚੰਗਾ ਨਹੀਂ ਲੱਗਦਾ। ਨਿਸਾ ਨੀਂਦ ਨਹਿ ਮਨ ਅਨੁਰਾਗਾ। ਇਹਨਾਂ ਮਨ ਪ੍ਰੇਮ ਵਿੱਚ ਬੈਰਾਗ ਵਿੱਚ ਆ ਗਿਆ ਵੀ ਰਾਤ ਨੂੰ ਨੀਂਦ ਨਹੀਂ ਆਉਂਦੀ। ਹਾਂ ਖੜੀ ਨਿਹਾਲੀ ਪੰਧ ਮਤ ਮੂੰ ਸੱਜਣ ਆਵੇ, ਕੋਈ ਆਣ ਮਿਲਾਵੇ ਅੱਜ ਮੈਂ ਫਿਰ ਮੇਲ ਮਿਲਾਵੇ। ਹਾਂ ਭਈ ਉਡੀਣੀ ਕੰਤ ਕੋ ਅਮਾਲੀ, ਸੋ ਫਿਰ ਕਦ ਨੈਣੀ ਦੇਖਾਂ। ਇਹੋ ਜੀ ਦਸ਼ਾ ਮਾਤਾ ਕੌਲਾਂ ਜੀ ਦੀ ਬਣ ਗਈ। ਪਰੀ ਰਹਿ ਛਾਦਨ ਮੁਖ ਕਰਾ। ਸਾਧ ਸੰਗਤ ਜੀ ਸਾਰਾ ਦਿਨ ਮਾਤਾ ਕੌਲਾਂ ਜੀ ਮੰਜੇ ਤੇ ਪਏ ਰਹਿੰਦੇ ਆ। ਬਿਮਾਰੀ ਵੱਧਦੀ ਜਾ ਰਹੀ ਹੈ ਤੇ ਮੂੰਹ ਤੇ ਕੱਪੜਾ ਲੈ ਕੇ ਢੱਕ ਕੇ ਰੱਖਦੇ ਹਨ ਆਪਣਾ ਚਿਹਰਾ। ਦੀਰਘ ਸਵਾਸ ਬ੍ਰਿਹਾ ਤੇ ਭਰਾ। ਗੁਰੂ ਦੇ ਵਿਛੋੜੇ ਵਿੱਚ ਲੰਮੇ ਲੰਮੇ ਸਾਹ ਲੈਂਦੀ ਹੈ ਮਾਤਾ, ਹੌਕੇ ਲੈਂਦੀ ਹੈ, ਨਿਸਾਸੇ ਭਰਦੀ ਹੈ। ਜਿਵੇਂ ਬਾਣੀ 'ਚ ਬਚਨ ਆਉਂਦਾ ਨਾ, ਦੋਏ ਦੋਏ ਲੋਚਨ ਪੇਖਾਂ, ਹਾਂ ਹਰ ਬਿਨ ਔਰ ਨਾ ਦੇਖਾਂ, ਨੈਣ ਰਹੇ ਰੰਗ ਲਾਈ, ਅਬ ਬੇਗਲ ਕਹਿਣ ਨਾ ਜਾਈ। ਇਹੋ ਜੀ ਦਸ਼ਾ ਬਣ ਗਈ। ਅੱਖਾਂ ਵਿੱਚੋਂ ਹੰਝੂ ਵਗਦੇ ਰਹਿੰਦੇ ਨੇ, ਮੈਂ ਨੀਰ ਵਹੇ ਵੈ ਚੱਲੈ ਜੀਉ। ਹਾਂਜੀ, ਗੁਰ ਮੂਰਤ ਮਹਿ ਮਨ ਲੈ ਲੀਨ। ਸਤਿਗੁਰਾਂ ਦੇ ਸਰੂਪ ਵਿੱਚ ਹੀ ਮਨ ਲੀਨ ਹੋ ਗਿਆ। ਮਾਤਾ ਕੌਲਾਂ ਦੀ ਸੁਰਤ ਜਿਹੜੀ ਹੈ ਨਾ, ਹੁਣ ਕੌਲਾਂ ਦੀ ਸੁਰਤ ਨਹੀਂ ਰਹੀ, ਉਹ ਸੁਰਤ ਗੁਰੂ ਹਰਗੋਬਿੰਦ ਦਾ ਰੂਪ ਧਾਰਨ ਕਰ ਗਈ ਹੈ। ਸਾਧ ਸੰਗਤ ਜੀ ਇੱਕ ਐਸੀ ਖੇਡ ਹੈ, ਇਹ ਸੁਰਤ ਦੀ ਖੇਡ ਹੈ। ਇਹ ਸੰਸਾਰ ਦੇ ਲੋਕ ਨਹੀਂ ਜਾਣ ਸਕਦੇ, ਸਾਨੂੰ ਨਹੀਂ ਪਤਾ ਇਸ ਗੱਲ ਦਾ। ਮੈਂ ਕਥਾ ਕਰ ਲੈਣੀ ਹੈ, ਤੁਸੀਂ ਸੁਣ ਲੈਣੀ ਹੈ, ਪਰ ਇਹ ਫੀਲਿੰਗ ਸਾਡੇ 'ਚ ਨਹੀਂ ਆ ਸਕਦੀ ਜੋ ਮਾਤਾ ਕੌਲਾਂ ਨੂੰ ਆ ਰਹੀ ਸੀ। ਕਹਿੰਦੇ ਗੁਰੂ ਦੇ ਧਿਆਨ ਵਿੱਚ ਮਾਤਾ ਕੌਲਾਂ ਜੀ ਲੀਨ ਹੋ ਗਏ, ਆਪਾ ਭਾਵ ਮਿਟ ਗਿਆ। ਪੜੋ ਜੀ। ਹਿਰਦੇ ਬਸੂਰਤ ਬਹੁ ਦੁਖ ਭੀਨ। ਕਹਿੰਦੇ ਝੂਰਦੀ ਰਹਿੰਦੀ ਹੈ, ਹਰ ਵੇਲੇ ਬਸੂਰਦੀ ਰਹਿੰਦੀ, ਦੁੱਖ ਦੇ ਵਿੱਚ ਭਿੱਜੀ ਹੈ। ਮਨ ਦੁੱਖ ਦੇ ਵਿੱਚ ਖੁੱਭ ਗਿਆ ਹੈ, ਦੁੱਖ ਵਿਛੋੜੇ ਦਾ ਹੈ। ਹਾਂਜੀ, ਪਰਿਓ ਜੰਗ ਭਾ ਬਿਗਨ ਬਿਸਾਲਾ। ਖਬਰਾਂ ਮਿਲੀਆਂ ਨੇ, ਸੁਨੇਹਾ ਮਿਲੇ ਨੇ, ਉੜਦੀਆਂ ਉੜਦੀਆਂ ਗੱਲਾਂ ਆਈਆਂ ਨੇ। ਅੰਮ੍ਰਿਤਸਰ 'ਚ ਲੜਾਈ ਬੜੀ ਵੱਡੀ ਹੋਈ ਹੈ, ਜੰਗ ਬੜਾ ਵੱਡਾ ਹੋਇਆ ਹੈ। ਦਰਸ਼ਨ ਕੋ ਤਰਫੰਤ ਬਿਹਾਲਾ। ਪਤਾ ਨਹੀਂ ਉੱਥੇ ਕੀ ਹੋਇਆ। ਜਿਸ ਦਿਨ ਦੀ ਲੜਾਈ ਦੀ ਖਬਰ ਸੁਣੀ ਹੈ, ਮਾਤਾ ਕੌਲਾਂ ਹੋਰ ਬੇਚੈਨ ਹੋ ਗਈ ਹੈ, ਤੜਫਦੀ ਹੈ। ਕਦੋਂ ਮੇਰੇ ਸੱਚੇ ਪਾਤਸ਼ਾਹ ਦੇ ਮੈਨੂੰ ਦਰਸ਼ਨ ਹੋਣਗੇ, ਕਦੋਂ ਮੈਨੂੰ ਉਹਨਾਂ ਦੇ ਦੀਦਾਰ ਹੋਣਗੇ। ਕਿਰਪਾ ਧਾਰ ਕਬ ਦੇਹ ਦਿਖਾਈ। ਮਾਤਾ ਅਰਦਾਸਾਂ ਕਰਦੀ, ਕਦੋਂ ਕਿਰਪਾ ਕਰੋਗੇ ਮਹਾਰਾਜ, ਕਦੋਂ ਮੈਨੂੰ ਦਿਖਾਈ ਦਿਓਗੇ। ਘੜੀ ਕਿੰਨੇ ਭਾਗਾਂ ਵਾਲੀ ਹੋਵੇਗੀ ਜਦੋਂ ਮੈਂ ਆਪ ਜੀ ਦੇ ਦਰਸ਼ਨ ਕਰਾਂਗੀ। ਵਿਛਰਨ ਤੇ ਪ੍ਰਾਨ ਨਾ ਛੁੱਟ ਜਾਈ। ਕਿਸੇ ਕਦੀ ਇੱਦਾਂ ਨਾ ਹੋਵੇ ਵਿਛੋੜੇ ਵਿੱਚ ਹੀ ਮੇਰੀ ਜਾਨ ਨਿਕਲ ਜਾਵੇ। ਤੁਸੀਂ ਆਓ ਹੀ ਨਾ ਸੱਚੇ ਪਾਤਸ਼ਾਹ, ਤੇ ਮੈਂ ਤੁਹਾਨੂੰ ਉਡੀਕਦੀ ਉਡੀਕਦੀ ਮਰ ਨਾ ਜਾਵਾਂ। ਭਇਓ ਰੋਗ ਤਨ ਵਧਤ ਬਿਲੰਦਾ। ਰੋਗ ਮਾਤਾ ਦਾ ਦਿਨੋਂ ਦਿਨ ਵੱਧ ਰਿਹਾ, ਬਿਮਾਰੀ ਵੱਧਦੀ ਜਾ ਰਹੀ ਹੈ। ਇੰਨੀ ਸਰੀਰ ਦੀ ਹਾਲਤ ਮਾੜੀ ਹੋ ਗਈ ਹੈ ਵੀ ਉੱਠ ਕੇ ਮੰਜੇ ਤੇ ਬਹਿਣ ਜੋਗੀ ਵੀ ਨਹੀਂ ਰਹੀ। ਸਰੀਰ ਦੇ ਵਿੱਚੋਂ ਸਾਹ ਸੱਤ ਮੁੱਕ ਚੁੱਕੇ ਨੇ। ਜਿਵੇਂ ਫਰੀਦ ਨੇ ਲਿਖਿਆ ਨਾ, ਕਹਿੰਦੇ ਬਸ ਇਹ ਦੋਏ ਨੈਣਾ ਮਤ ਛੂਹੋ ਫਿਰ ਦੇਖਣ ਕੀ ਆਸ। ਬਸ ਇਹੀ ਹੈ ਵੀ ਸਤਿਗੁਰੂ ਛੇਵੇਂ ਪਾਤਸ਼ਾਹ ਦੇ ਦਰਸ਼ਨ ਹੋ ਜਾਣ ਤੇ ਬਸ ਉਸ ਤੋਂ ਬਾਅਦ ਮੇਰੇ ਪ੍ਰਾਣ ਨਿਕਲ ਜਾਣ। ਉਹਨਾਂ ਚਿਰ ਮੇਰੀ ਜਾਨ ਅਟਕੀ ਰਵੇ ਇਸ ਪਿੰਜਰੇ ਵਿੱਚ, ਜਿੰਨਾ ਚਿਰ ਮੇਰੇ ਪ੍ਰਾਣ ਪ੍ਰੀਤਮ ਜੀ ਨਹੀਂ ਆਉਂਦੇ। ਬਹੁਰ ਬ੍ਰਿਹਾ ਸ੍ਰੀ ਹਰਗੋਬਿੰਦ। ਇੱਕ ਤਾਂ ਬਿਮਾਰੀ ਖਾ ਗਈ, ਦੂਜਾ ਗੁਰੂ ਦਾ ਵਿਛੋੜਾ ਖਾ ਗਿਆ। ਸੂਖਮ ਅੰਗੀ ਭਈ ਅਚਾਰੀ। ਆਹ ਕੋਮਲ ਸਰੂਪ ਵਾਲੀ ਇਹ ਸਾਧ ਸੰਗਤ ਜੀ ਰਾਜਕੁਮਾਰੀਆਂ ਵਰਗੀ ਸੁੰਦਰ ਸੀ ਮਾਤਾ ਕੌਲਾਂ।
ਸਾਰਾ ਹੀ ਸੁੰਦਰ ਸਰੂਪ, ਕੋਮਲ ਸਰੀਰ ਸੀ ਤੇ ਦੁੱਖਾਂ ਨੇ ਘੇਰ ਲਿਆ, ਬਿਮਾਰੀਆਂ ਨੇ, ਰੋਗਾਂ ਨੇ। ਅੰਤ ਸਮਾਂ ਨੇੜੇ ਆ ਗਿਆ ਤੇ ਵਿਚਾਰੀ ਲਾਚਾਰ ਹੋ ਗਈ ਤੇਹੋ ਦਰਸ ਪ੍ਰਭ ਮਰਬੇ ਵਾਰੀ। ਤੇ ਇੱਕੋ ਹੀ ਅਰਦਾਸ ਕਰਦੀ ਹੈ, ਮਹਾਰਾਜ ਹੁਣ ਮਰਦੀ ਨੂੰ ਤਾਂ ਦਰਸ਼ਨ ਦੇ ਦਿਓ, ਅਖੀਰਲੇ ਵੇਲੇ ਤਾਂ ਦਰਸ਼ਨ ਦੇ ਦਿਓ, ਜਾਂਦੀ ਜਾਂਦੀ ਤੁਹਾਡੇ ਦਰਸ਼ਨ ਕਰ ਜਾਵਾਂ ਸੱਚੇ ਪਾਤਸ਼ਾਹ। ਘਟ ਘਟ ਕੇ ਤੁਮ ਅੰਤਰ ਜਾਮੀ। ਇਹ ਮਹਾਰਾਜ ਤੁਸੀਂ ਘਟ ਘਟ ਦੇ ਅੰਤਰਜਾਮੀ ਹੋ, ਜਾਣੀ ਜਾਣੋ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਤੇ ਮਹਾਰਾਜ ਮੇਰੀ ਪੀੜਾ ਨੂੰ ਸਮਝੋ, ਸਾਰੇ ਕੰਮ ਛੱਡ ਕੇ ਛੇਤੀ ਛੇਤੀ ਆ ਜਾਓ। ਜਾਨੋ ਮੋਹੇ ਹਿਰਦੇ ਕੀ ਸੁਆਮੀ। ਇਹ ਮੇਰੇ ਸੁਆਮੀ, ਮੇਰੇ ਹਿਰਦੇ ਦੀ ਜਾਣਹਾਰ ਸਤਿਗੁਰੂ, ਕਿਰਪਾ ਕਰੋ, ਮੇਰੀ ਪੁਕਾਰ ਸੁਣ ਕੇ ਦਰਸ਼ਨ ਦਿਓ। ਕਿਉਂ ਨਾ ਦੇਤ ਦਰਸ਼ਨ ਪ੍ਰਭ ਆਏ। ਕਿਉਂ ਨਹੀਂ ਆਉਂਦੇ ਮਹਾਰਾਜ, ਮੇਰੇ ਤੋਂ ਕੀ ਭੁੱਲ ਹੋ ਗਈ ਹੈ, ਮੈਨੂੰ ਛੇਤੀ ਕਿਉਂ ਨਹੀਂ ਦਰਸ਼ਨ ਦਿੰਦੇ, ਮੈਨੂੰ ਆਪਣੇ ਦਰਸ਼ਨਾਂ ਤੋਂ ਵਾਂਝਿਆਂ ਕਿਉਂ ਕਰ ਦਿੱਤਾ, ਮੈਨੂੰ ਆਪਣੇ ਤੋਂ ਦੂਰ ਕਿਉਂ ਭੇਜ ਦਿੱਤਾ ਹੈ। ਅੰਤ ਸਮਾਂ ਮਮ ਜਾਣਿਓ ਜਾਏ। ਮਹਾਰਾਜ ਮੇਰਾ ਅੰਤ ਸਮਾਂ ਨੇੜੇ ਆ ਰਿਹਾ, ਮੈਨੂੰ ਲੱਗਦਾ ਮੈਂ ਹੁਣ 2-4 ਦਿਨ ਦੀ ਪ੍ਰਾਹੁਣੀ ਆ, ਮੈਂ ਹੁਣ ਬਹੁਤਾ ਲੰਮਾ ਸਮਾਂ ਜੀ ਨਹੀਂ ਸਕਾਂਗੀ। ਲੱਖ ਹੋ ਦਾਸ ਕਾਮਨਾ ਪਾਵੈ। ਇਹ ਮੇਰੇ ਸਤਿਗੁਰੂ, ਲੱਖਾਂ ਲੋਕ ਤੇਰੇ ਦਰ ਤੋਂ ਜੋ ਮੰਗਦੇ ਨੇ ਮਿਲਦਾ, ਮੈਂ ਤਾਂ ਤੇਰੇ ਦਰਸ਼ਨ ਮੰਗਦੀ ਆ, ਮੈਨੂੰ ਅਖੀਰਲੇ ਵੇਲੇ ਦਰਸ਼ਨ ਦੇ ਦਿਓ। ਸ਼ਰਧਾ ਧਰ ਹੈ ਗੁਰੂ ਗੁਣ ਗਾਵੈ। ਇਹ ਮਹਾਰਾਜ ਸ਼ਰਧਾਵਾਨ ਤੁਹਾਡੇ ਗੁਣ ਗਾਉਂਦੇ ਨੇ, ਗੁਰੂ ਗੁਰੂ ਜਪਦੇ ਨੇ, ਜੋ ਮੰਗਦੇ ਨੇ ਸੋ ਮਿਲਦਾ। ਤੇ ਮੈਂ ਮੰਗਦੀਆਂ ਦਰਸ਼ਨ, ਮੈਨੂੰ ਆਪਣੇ ਦਰਸ਼ਨ ਦੇ ਦਿਓ। ਮੋਹੇ ਭਰੋਸਾ ਰਾਵਰ ਕੇਰਾ। हे ਮੇਰੇ ਮਾਲਕ, हे ਮੇਰੇ ਸੁਆਮੀ, हे ਮੇਰੇ ਸਤਿਗੁਰੂ, ਮੈਨੂੰ ਤੇਰੇ ਦਰਸ਼ਨਾਂ ਦਾ, ਤੇਰੇ ਸਰੂਪ ਦਾ ਹੀ ਭਰੋਸਾ ਹੈ, ਤੇਰੀ ਟੇਕ, ਤੇਰਾ ਆਧਾਰਾ ਮਹਾਰਾਜ, ਤੁਹਾਡਾ ਹੀ ਆਸਰਾ ਹੈ। ਬਨਹੁ ਸਹਾਇ ਅੰਤ ਕੀ ਬੇਰਾ। ਬਸ ਹੁਣ ਅਖੀਰਲਾ ਵੇਲਾ ਜੇ, ਆ ਜਾਓ, ਮੈਨੂੰ ਨਿਮਾਣੀ ਨੂੰ ਦਰਸ਼ਨ ਦੇ ਦਿਓ ਤੇ ਮੇਰੀ ਦਰਗਾਹ ਵਿੱਚ ਬਾਂਹ ਫੜ ਲਓ। ਮੈਂ ਸਮਝਦੀ ਹਾਂ ਅੰਤ ਵੇਲੇ ਤੁਹਾਡੇ ਦਰਸ਼ਨ ਕਰਾਂਗੀ, ਜਮਾਂ ਦੇ ਬਸ ਨਹੀਂ ਪਵਾਂਗੀ, ਮੇਰੀ 84 ਕੱਟੀ ਜਾਏਗੀ, ਮੇਰਾ ਜਨਮ ਮਰਨ ਕੱਟਿਆ ਜਾਏਗਾ। ਬਸ ਕਿਰਪਾ ਕਰੋ, ਦੀਦ ਨੇ ਦੀਦਾਰ ਸਾਹਿਬ, ਕਛ ਨਹੀਂ ਇਸਕਾ ਮੋਲ, ਇਹ ਅਨਮੋਲ ਦਰਸ਼ਨ ਮੈਨੂੰ ਦੇ ਦਿਓ। ਮੁਝ ਜੀਵਤ ਕੋ ਦਰਸ ਦਿਖਾਵੋ। ਬਸ ਜਿਉਂਦੀ ਜਿਉਂਦੀ ਦੇ, ਮੇਰੇ ਮਰਨ ਤੋਂ ਪਹਿਲਾਂ ਪਹਿਲਾਂ ਮੈਨੂੰ ਆ ਕੇ ਦਰਸ਼ਨ ਦੇ ਦਿਓ। ਅਧਿਕ ਤ੍ਰਿਖਤ ਕੋ ਸੁਦਾ ਪਿਆਵੋ। ਮੈਂ ਪਿਆਸੀ ਹਾਂ ਤੁਹਾਡੇ ਦਰਸ਼ਨਾਂ ਦੀ ਸੱਚੇ ਪਾਤਸ਼ਾਹ, ਮੈਨੂੰ ਆਪਣੇ ਦਰਸ਼ਨਾਂ ਦਾ ਅੰਮ੍ਰਿਤ ਪਿਆ ਦਿਓ। ਗਨ ਤੁਰਕਣ ਰਣ ਦੀਰਘ ਹੋਈ। ਮੈਂ ਸੁਣਿਆ ਤੁਸੀਂ ਬੜਾ ਵੱਡਾ ਜੰਗ ਕਰਕੇ ਆਏ ਹੋ, ਅੰਮ੍ਰਿਤਸਰ ਦੀ ਧਰਤੀ ਤੇ ਬੜੀ ਵੱਡੀ ਲੜਾਈ ਹੋਈ ਹੈ। ਲੱਖ ਨਾ ਜਾਏ ਸੁਧ ਪਠੀ ਨਾ ਕੋਈ। ਪਰ ਮਹਾਰਾਜ ਪਤਾ ਨਹੀਂ ਕੀ ਉੱਥੇ ਬਣਿਆ ਹੋਵੇਗਾ। ਹੇ ਮੇਰੇ ਵਾਹਿਗੁਰੂ, ਕੀ ਭਾਣਾ ਵਰਤਿਆ ਹੋਵੇਗਾ ਅੰਮ੍ਰਿਤਸਰ ਦੀ ਧਰਤੀ ਤੇ, ਕੋਈ ਖਬਰ ਨਹੀਂ ਆਈ। ਮਹਾਰਾਜ ਨੇ ਵੀ ਕੋਈ ਚਿੱਠੀ ਚੀਰਾ ਨਹੀਂ ਪਾਇਆ, ਕੋਈ ਸੁਨੇਹਾ ਨਹੀਂ ਭੇਜਿਆ ਬਈ ਕੌਲਾਂ ਤੂੰ ਕਿਵੇਂ ਹੈ, ਨਾ ਮੇਰਾ ਹਾਲ ਪੁੱਛਿਆ ਤੇ ਨਾ ਆਪਣਾ ਹਾਲ ਦੱਸਿਆ। ਪ੍ਰਿਯ ਦਾਸਨ ਕੇ ਪ੍ਰੇਮੀ ਪਿਆਰੇ। ਇਹ ਆਪਣੇ ਦਾਸਾਂ ਦੇ ਪ੍ਰੇਮੀ ਪਿਆਰੇ ਸਤਿਗੁਰੂ ਜੀ, ਆਵੋ ਦੇਹੋ ਦਰਸ਼ਨ ਇਸ ਬਾਰੇ। ਬਸ ਹੁਣ ਆਓ, ਛੇਤੀ ਆਓ, ਆ ਕੇ ਮੈਨੂੰ ਆਪਣੇ ਦਰਸ਼ਨ ਦਿਓ। ਇਤਿਆਦਿਕ ਸਿਮਰਤ ਦਿਨ ਰੈਨ। ਇਸ ਤਰ੍ਹਾਂ ਸਾਧ ਸੰਗਤ ਜੀ, ਮਾਤਾ ਕੌਲਾਂ ਦਿਨ ਰਾਤ ਸੱਚੇ ਪਾਤਸ਼ਾਹ ਨੂੰ ਯਾਦ ਕਰਦੀ ਹੈ। ਨਿਸ ਦਿਨ ਚਲਿਓ ਜਾਤ ਜਲ ਨੈਣ। ਦਿਨ ਰਾਤ ਮਾਤਾ ਕੌਲਾਂ ਦੀਆਂ ਅੱਖਾਂ 'ਚੋਂ ਹੰਝੂ ਵਗਦੇ ਹੀ ਰਹਿੰਦੇ ਆ, ਹਰ ਵੇਲੇ ਪਰਨਾਲਿਆਂ ਦੀ ਤਰ੍ਹਾਂ ਪਾਣੀ ਅੱਖਾਂ 'ਚੋਂ ਵਗਦਾ, ਚੁੰਨੀ ਭਿੱਜ ਜਾਂਦੀ ਹੈ ਹੰਝੂ ਪੂੰਝ ਪੂੰਝ ਕੇ। ਹਾਂਜੀ, ਇਮ ਕੌਲਾਂ ਕੀ ਗਤ ਗੁਰ ਜਾਨ। ਮਾਤਾ ਕੌਲਾਂ ਦੀ ਇਹ ਦਸ਼ਾ ਨੂੰ ਮਹਾਰਾਜ ਜਾਣੀ ਜਾਣ, ਛੇਵੇਂ ਪਾਤਸ਼ਾਹ ਜਾਣਦੇ ਨੇ। ਸਮਾ ਸਮੀਪ ਤਜਨ ਕੋ ਪ੍ਰਾਨ। ਸਤਿਗੁਰੂ ਜਾਣ ਗਏ ਕਿ ਕੌਲਾਂ ਦੇ ਪ੍ਰਾਣ ਤਿਆਗਣ ਦਾ, ਇਸ ਦੁਨੀਆ ਤੋਂ ਜਾਣ ਦਾ ਸਮਾਂ ਨੇੜੇ ਆ ਗਿਆ ਹੈ। ਦਰਸ਼ਨ ਦੇਉ ਜੀਵਤੀ ਜਾਏ। ਜਿਉਂਦੀ ਜਿਉਂਦੀ ਨੂੰ ਜਾ ਕੇ ਦਰਸ਼ਨ ਦੇਣੇ ਨੇ।
ਉਹਦੇ ਮਰਨ ਤੋਂ ਪਹਿਲਾਂ ਕਰਤਾਰਪੁਰ ਪਹੁੰਚਣਾ ਹੈ। ਮੋਹੇ ਪ੍ਰੇਮ ਤੇ ਅਤ ਅਕੁਲਾਏ। ਮੇਰੇ ਪਿਆਰ ਵਿੱਚ ਭਿੱਜੀ ਹੋਈ ਉਹ ਰੂਹ ਹੈ। 100 ਜਨਮ ਭਗਤੀ ਕੀਤੀ ਮਾਤਾ ਕੌਲਾਂ ਨੇ। ਮਹਾਰਾਜ ਮੈਂ ਤੇਰੇ ਦਰਸ਼ਨ ਕਰਨੀ ਹੈ, ਤੂੰ ਮੈਨੂੰ ਮੇਰਾ ਪਤੀ ਰੂਪ ਮੈਂ ਤੈਨੂੰ ਪ੍ਰਾਪਤ ਕਰਨਾ। ਸਾਧ ਸੰਗਤ ਜੀ, ਇਹ ਪ੍ਰੇਮਾ ਭਗਤੀ ਦੇ ਬੜੇ ਪ੍ਰਕਾਰ ਨੇ। ਗੁਰਬਾਣੀ ਵਿੱਚ ਜ਼ਿਆਦਾਤਰ ਜਿਹੜਾ ਹੈ ਉਹ ਪਰਮੇਸ਼ਰ ਨੂੰ ਪਤੀ ਤੇ ਜੀਵ ਜਗਿਆਸੂ ਨੂੰ ਇਸਤਰੀ ਰੂਪ ਵਿੱਚ ਚਿਤਰਨ ਕੀਤਾ ਗਿਆ। ਜਿੰਨੀ ਬਾਣੀ ਜ਼ਿਆਦਾਤਰ ਗੁਰੂ ਸਾਹਿਬ ਨੇ ਇਸ ਭਾਵ ਦੀ ਲਿਖੀ ਹੈ। ਤੇ ਮਾਤਾ ਕੌਲਾਂ ਜੀ ਉਹ ਭਗਤੀ ਪ੍ਰਤੱਖ ਕਰਕੇ ਵਿਖਾ ਦਿੱਤੀ। ਸੱਚੇ ਪਾਤਸ਼ਾਹ ਜੀ ਨੂੰ ਪਰਮੇਸ਼ਰ ਸਰੂਪ ਕਰਕੇ ਉਹਦੇ ਪਿਆਰ ਵਿੱਚ ਭਿੱਜ ਕੇ ਭਗਤੀ ਕੀਤੀ ਹੈ। ਤੇ ਆ ਮਹਾਰਾਜ ਸਾਹਿਬ ਜੀ ਨੂੰ ਹੁਣ ਅਖੀਰਲੇ ਵੇਲੇ ਯਾਦ ਕਰਦੀ ਤੇ ਸਤਿਗੁਰੂ ਪਾਤਸ਼ਾਹ ਮਾਤਾ ਕੌਲਾਂ ਨੂੰ ਦਰਸ਼ਨ ਦੇਣ ਲਈ ਜਾ ਰਹੇ ਨੇ। ਹੈ ਕੋ ਪ੍ਰੇਰਤ ਤੂਰ ਨ ਚਾਲੇ। ਘੋੜੇ ਨੂੰ ਮਹਾਰਾਜ ਤਿੱਖਾ ਕਰ ਲਿਆ ਹੈ ਤੇ ਛੇਤੀ ਛੇਤੀ ਚੱਲ ਪਏ ਨੇ। ਪੈਂਦੇ ਖਾਨ ਆਦ ਭਟ ਨਾਲੇ। ਪੈਂਦੇ ਖਾਨ ਬਿਧੀ ਚੰਦ ਜੇਠੇ ਵਰਗੇ ਸੂਰਮੇ ਨਾਲ ਨੇ। ਵਿਦਿਆ ਜਾਤੀ ਮਲਕ ਸੋਬੀਰ। ਭਾਈ ਬਿਧੀ ਚੰਦ ਜੀ, ਭਾਈ ਜਾਤੀ ਮਲਕ ਜੀ ਸੂਰਮੇ ਨਾਲ ਨੇ। ਰਣ ਬਾਤ ਨ ਕਰਤੇ ਚਲ ਧੀਰ। ਜੰਗ ਜੁੱਧ ਦੀਆਂ ਗੱਲਾਂ ਕਰਦੇ ਜਾ ਰਹੇ ਨੇ ਗੁਰੂ ਸਾਹਿਬ ਦੇ ਨਾਲ। ਜਿਮ ਜਿਮ ਹਤੇ ਮੁਗਲ ਅਰਖਾਨ। ਜੋ ਜੋ ਲੜਾਈ ਦੇ ਵਿੱਚ ਸੀਨ ਹੋਏ ਸੀ, ਕਿਹੜੇ ਕਿਹੜੇ ਮੋਰਚੇ ਤੇ ਕਿਹੜਾ ਕਿਹੜਾ ਸੂਰਮਾ ਲੜ ਰਿਹਾ ਸੀ, ਕਿਹੜੇ ਕਿਹੜੇ ਸੂਰਮੇ ਨੇ ਕਿਹੜੇ ਕਿਹੜੇ ਮੁਗਲ ਪਠਾਨ ਨੂੰ ਝਟਕਾਇਆ ਸੀ, ਕੀ ਹੋਇਆ ਸੀ, ਉਹ ਗੱਲਾਂ ਆਪਸ ਵਿੱਚ ਛੇਵੇਂ ਪਾਤਸ਼ਾਹ ਬਿਧੀ ਚੰਦ, ਪੈਂਦੇ ਖਾਂ, ਜਾਤੀ ਮਲਕ ਗੁਰੂ ਦੀ ਫੌਜ ਦੇ ਜਰਨੈਲ ਕਰ ਰਹੇ ਨੇ। ਜਿਤਕ ਸੁਭਟ ਆਪਣੇ ਤਜ ਪ੍ਰਾਨ। ਆਪਣੇ ਕਿਹੜੇ ਕਿਹੜੇ ਜਵਾਨ ਸ਼ਹੀਦ ਹੋਏ ਨੇ। ਜਿਹੜੇ ਜਿਹੜੇ ਮੋਹਣ ਗੋਪਾਲੇ ਵਰਗੇ, ਨਵਲੂ ਤੇ ਨਿਹਾਲੇ ਵਰਗੇ, ਜੱਟੂ ਭਾਨੂ ਵਰਗੇ ਸੂਰਮੇ ਸ਼ਹੀਦ ਹੋਏ ਨੇ। ਗੁਰੂ ਸਾਹਿਬ ਉਹਨਾਂ ਨੂੰ ਵੀ ਯਾਦ ਕਰਦੇ ਨੇ। ਉਹਨਾਂ ਸ਼ਹੀਦਾਂ ਦੀ ਯਾਦ ਆਉਂਦੀ, ਨਾਲ ਦੇ ਸਾਥੀ ਉਹਨਾਂ ਦੀਆਂ ਗੱਲਾਂ ਕਰਦੇ ਨੇ। ਹਾਂਜੀ। 4 ਘਟੀ ਦਿਨ ਜਬ ਰਹਿ ਗਈਉ। ਸਾਧ ਸੰਗਤ ਜੀ, ਜਦੋਂ ਦਿਨ 4 ਘੜੀਆਂ ਰਹਿ ਗਿਆ, ਯਾਨੀ ਗਰਮੀ ਦਾ ਦਿਨ ਸੀਗਾ, ਜੇਠ ਦਾ ਮਹੀਨਾ ਸੀ, ਕਹਿ ਲਓ ਵੀ ਸ਼ਾਮ ਦੇ 5-6 ਵੱਜ ਗਏ, ਗੁਰੂ ਸਾਹਿਬ ਕਰਤਾਰਪੁਰ ਪਹੁੰਚ ਵੀ ਗਏ। ਹਾਂਜੀ। ਪੁਰ ਕਰਤਾਰ ਦ੍ਰਿਸ਼ਟ ਤਬ ਆਇਓ। ਸ੍ਰੀ ਕਰਤਾਰਪੁਰ ਸਾਹਿਬ ਸਾਹਮਣੇ ਆ ਗਿਆ। ਅੰਤਰ ਭਏ ਪ੍ਰਵੇਸ਼ ਗੁਸਾਈ। ਮਹਾਰਾਜ ਸ੍ਰੀ ਕਰਤਾਰਪੁਰ ਸ਼ਹਿਰ ਦੇ ਵਿੱਚ, ਨਗਰ ਦੇ ਵਿੱਚ ਵੜੇ ਹਨ। ਬੰਦਤ ਦੇਖ ਦੇਖ ਸਮਦਾਈ। ਮਹਾਰਾਜ ਨੂੰ ਵੇਖ ਕੇ ਸਾਰੇ ਨਗਰ ਨਿਵਾਸੀ ਮੱਥਾ ਟੇਕਣ। ਗੁਰੂ ਸਾਹਿਬ ਆ ਗਏ, ਗੁਰੂ ਸਾਹਿਬ ਆ ਗਏ। ਪਹਿਲਾਂ ਖਬਰ ਨਹੀਂ ਸੀ ਵੀ ਆਉਣਾ, ਇੱਕਦਮ ਹੀ ਮਹਾਰਾਜ ਆਏ। ਪਿੰਡ ਵਾਲਿਆਂ ਨੂੰ ਚਾਹ ਚੜ ਗਿਆ। ਸਭ ਆਪੋ ਆਪਣੇ ਕੰਮਕਾਰ ਛੱਡ ਕੇ ਦੌੜੇ ਆਏ। ਪਹੁੰਚੇ ਪ੍ਰਥਮੇ ਥੰਮ ਅਸਥਾਨ। ਪਹਿਲਾਂ ਮਹਾਰਾਜ 6ਵੇਂ ਪਾਤਸ਼ਾਹ ਗੁਰਦੁਆਰਾ ਥੰਮ ਸਾਹਿਬ ਪਹੁੰਚੇ। ਇਹ ਥੰਮ ਟਾਹਲੀ ਦਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਲਵਾਇਆ ਸੀ। ਬੇਅੰਤ ਸ਼ਕਤੀ ਇਹਦੇ ਵਿੱਚ। ਸਾਧ ਸੰਗਤ ਜੀ, ਪਿੱਛੇ ਇਤਿਹਾਸ ਇਹਦਾ ਆ ਚੁੱਕਾ। ਸੋ ਗੁਰੂ ਸਾਹਿਬ ਜੀ ਦਾ ਇਹ ਥੰਮ ਹੋਣ ਕਰਕੇ ਇਹਦਾ ਗੁਰਦੁਆਰੇ ਦਾ ਨਾਮ ਥੰਮ ਸਾਹਿਬ ਹੈ। ਹੁਣ ਵੀ ਥੰਮ ਸਾਹਿਬ ਗੁਰਦੁਆਰਾ। ਥੰਮ ਸਾਹਿਬ ਨੂੰ ਤਾਂ ਨਾਸਰ ਅਲੀ ਨੇ ਸਾੜ ਦਿੱਤਾ ਸੀ ਤੇ ਬਾਬਾ ਵਡਭਾਗ ਸਿੰਘ ਜੀ ਨੇ ਉਹਦਾ ਬਦਲਾ ਲੈਣ ਲਈ ਬਾਬਾ ਜੱਸਾ ਸਿੰਘ ਜੀ ਬੁੱਢੇ ਦਲ ਦੇ ਜਥੇਦਾਰ ਸਾਹਿਬ ਨੂੰ ਬੁਲਾ ਕੇ ਖੰਡੇ ਦਾ ਅੰਮ੍ਰਿਤ ਛਕਿਆ ਸੀ ਅਤੇ ਨਾਸਰ ਅਲੀ ਨੂੰ ਮਾਰ ਕੇ ਉਹਦੀ ਕਬਰ 'ਚੋਂ ਲਾਸ਼ ਕੱਢ ਕੇ ਸਾੜੀ ਸੀ। ਥੰਮ ਸਾਹਿਬ ਦਾ ਬਦਲਾ ਲਿਆ ਸੀ। ਉਹ ਥੰਮ ਸਾਹਿਬ ਗੁਰਦੁਆਰਾ, ਉੱਥੇ 6ਵੇਂ ਪਾਤਸ਼ਾਹ ਜੀ ਪਹੁੰਚੇ ਹਨ। ਉਤਰੇ ਹੈ ਤੇ ਗੁਰ ਭਗਵਾਨ। ਮਹਾਰਾਜ ਘੋੜੇ ਤੋਂ ਉਤਰ ਕੇ ਥੰਮ ਸਾਹਿਬ ਮੱਥਾ ਟੇਕਿਆ ਹੈ। ਬੰਦਨ ਕਰ ਬੈਠੇ ਹਰ ਖਾਏ। ਮੱਥਾ ਟੇਕ ਕੇ ਬੈਠ ਗਏ ਹਨ। ਸੁਨ ਸੋਢੀ ਨਰ ਗਨ ਜੁਤ ਆਏ। ਮਹਾਰਾਜ ਨੂੰ ਉੱਥੇ ਆਇਆ ਜਾਣ ਕੇ ਸਾਰੇ ਸੋਢੀ ਨਗਰ ਨਿਵਾਸੀ ਆ ਗਏ ਨੇ। ਧਰ ਧਰ ਕਰ ਪ੍ਰਸਾਦ ਅਗਾਰੀ। ਸਾਰਿਆਂ ਨੇ ਪ੍ਰਸ਼ਾਦ ਅੱਗੇ ਰੱਖ ਕੇ ਮੱਥਾ ਟੇਕਿਆ ਹੈ। ਆਏ ਸਭਨ ਪਦ ਬੰਧਨ ਧਾਰੀ। ਸਾਰਿਆਂ ਨੇ ਚਰਨਾਂ ਤੇ ਮੱਥਾ ਟੇਕਿਆ ਹੈ। ਕੁਸ਼ਲ ਪ੍ਰਸ਼ਨ ਅਖਲਨ ਸੋ ਕੀਨ। ਸਾਰਿਆਂ ਨਾਲ ਹਾਲ ਚਾਲ ਸੁਖ ਸ਼ਾਂਤ ਕਰਕੇ ਜਥਾ ਜੋਗ ਆਦਰ ਕੋ ਦੀਨ। ਜਥਾ ਜੋਗ ਸਾਰਿਆਂ ਦਾ ਆਦਰ ਮਾਣ ਕੀਤਾ ਹੈ। ਇੱਕ ਘਟਕਾ ਲਗ ਆਵਤ ਰਹੇ। ਇੱਕ ਘੜੀ ਤੱਕ
ਸਾਰੇ ਆਉਂਦੇ ਰਹੇ। ਸਾਦਰ ਮਾਦਰ ਬਾਕਨ ਪਿੱਛੇ ਕਹੇ ਪਿਆਰੇ ਬਚਨ ਗੁਰੂ ਸਾਹਿਬ ਸਾਰੇ ਨਾਲ ਕੀਤੇ। ਜਹ ਕੌਲਾਂ ਔਰ ਦੁਖੀ ਫਿਰ ਵਿਚਾਰੀ ਜਿੱਥੇ ਮਾਤਾ ਕੌਲਾਂ ਜੀ ਮੰਜੇ ਤੇ ਪਏ ਦੁਖੀ ਹੋ ਰਹੇ ਸਨ, ਸਿਮਰਤ ਨਿਸ ਦਿਨ ਪ੍ਰੀਤੀ ਧਾਰੀ ਬੜੇ ਪ੍ਰੇਮ ਨਾਲ ਗੁਰੂ ਸਾਹਿਬ ਨੂੰ ਉਡੀਕ ਰਹੇ ਸਨ। ਤਹਾਂ ਪ੍ਰਵੇਸ਼ ਤੁਰਤ ਹੀ ਹੋਏ ਛੇਵੇਂ ਪਾਤਸ਼ਾਹ ਮਾਤਾ ਕੌਲਾਂ ਦੇ ਘਰ ਗਏ ਹਨ। ਕੌਲਾਂ ਕੌਲ ਨੇਤਰ ਕਰ ਜੋਏ ਕੌਲਾਂ ਦੇ ਕਮਲ ਵਰਗੇ ਸੋਹਣੇ ਨੇਤਰ ਖਿੜੇ ਤੇ ਛੇਵੇਂ ਪਾਤਸ਼ਾਹ ਦੇ ਦਰਸ਼ਨ ਹੋਏ। ਉਦਤ ਉਠਨ ਕੋ ਉਠਿਓ ਨਾ ਜਾਈ ਮਾਤਾ ਕੌਲਾਂ ਮੰਜੇ ਤੋਂ ਉੱਠਣ ਲੱਗੀ, ਪਰ ਮਾਤਾ ਕੌਲਾਂ ਕੋਲੋਂ ਉੱਠਿਆ ਨਹੀਂ ਗਿਆ। ਸਰੀਰ ਇੰਨਾ ਰੋਗੀ ਹੋ ਗਿਆ ਸੀ। ਮਹਾਰਾਜ ਨੂੰ ਵੇਖ ਕੇ ਉਹਨੇ ਸੋਚਿਆ ਵੀ ਮਹਾਰਾਜ ਆ ਕੇ ਮੈਂ ਉੱਠ ਕੇ ਬੈਠਾਂ। ਕੋਸ਼ਿਸ਼ ਕੀਤੀ ਉੱਠਣ ਦੀ, ਪਰ ਸਰੀਰ ਨੇ ਸਾਥ ਨਹੀਂ ਦਿੱਤਾ। ਬੋਲਿਓ ਚਹਿ ਨਾ ਬੋਲ ਮੁਖ ਆਈ ਬੋਲਣਾ ਚਾਹੁੰਦੀ ਸੀ ਪਰ ਗਲਾ ਭਰ ਗਿਆ ਤੇ ਬੋਲ ਮੂੰਹ ਤੋਂ ਨਿਕਲੇ ਨਹੀਂ। ਦੁਰਬਲ ਤਨ ਝੁਰ ਝੰਜਰ ਹੋਵਾ ਸਰੀਰ ਕਮਜ਼ੋਰ ਹੋ ਗਿਆ ਬਿਮਾਰੀ ਦੇ ਨਾਲ। ਥੋੜੇ ਹੀ ਦਿਨਾਂ ਵਿੱਚ ਸਰੀਰ ਕਮਜ਼ੋਰ ਹੋ ਗਿਆ ਸੀ। ਹਾਂਜੀ, ਪੀਰੋ ਰੰਗ ਬਦਨ ਕੋ ਜੋਵਾ ਮਾਤਾ ਕੌਲਾਂ ਦਾ ਰੰਗ ਪੀਲਾ ਪੈ ਗਿਆ ਸੀ ਚਿਹਰੇ ਦਾ, ਤੇ ਸਰੀਰ ਸੁੱਕ ਕੇ ਹੱਡੀਆਂ ਦਾ ਢਾਂਚਾ ਰਹਿ ਗਿਆ ਸੀ। ਤਤ ਛਿਨ ਢਿਗ ਹੋਇ ਗੁਰੂ ਹਟਾਈ ਗੁਰੂ ਸਾਹਿਬ ਕੋਲ ਗਏ ਤੇ ਹੱਥ ਨਾਲ ਮੋਢੇ ਤੇ ਸਹਾਰਾ ਦਿੱਤਾ। ਲੰਮੀ ਪਈ ਰਹਿ, ਨਾ ਉੱਠ, ਇਉਂ ਆਖਿਆ ਸੱਚੇ ਪਾਤਸ਼ਾਹ ਨੇ। ਬੈਠੇ ਤਿਸ ਢਿਗ ਧੀਰ ਬੰਧਾਈ ਕੌਲਾਂ ਦੇ ਮੰਜੇ ਦੇ ਕੋਲ ਮੂਹੜੇ ਤੇ ਸੱਚੇ ਪਾਤਸ਼ਾਹ ਕੁਰਸੀ ਤੇ ਬੈਠ ਗਏ। ਕਿਤਕ ਦੇਰ ਮਹਿ ਹਾਥ ਨਿਕਾਰੇ ਤੇ ਫਿਰ ਨਾ ਹੌਲੇ ਹੌਲੇ ਕੌਲਾਂ ਨੇ ਆਪਣੀ ਚਾਦਰ ਵਿੱਚੋਂ, ਆਪਣੇ ਬਿਸਤਰੇ ਵਿੱਚੋਂ ਆਪਣੇ ਹੱਥ ਬਾਹਰ ਕੱਢੇ ਨੇ ਚਰਨ ਕਮਲ ਪਰਸਤ ਹਿਤ ਧਾਰੇ ਤੇ ਅੱਗੇ ਕਰਕੇ ਨਾ ਕਮਜ਼ੋਰ ਹੱਥਾਂ ਨਾਲ ਛੇਵੇਂ ਪਾਤਸ਼ਾਹ ਦੇ ਚਰਨ ਪਰਸ ਲਏ ਨੇ। ਬਹੀ ਬਿਲੋਚਨ ਤੇ ਜਲ ਧਾਰਾ ਜਦੋਂ ਮਹਾਰਾਜ ਦੇ ਚਰਨਾਂ ਨੂੰ ਹੱਥ ਲਾਇਆ ਕੌਲਾਂ ਨੇ, ਤੇ ਕੌਲਾਂ ਦੀਆਂ ਅੱਖਾਂ ਦੇ ਹੰਝੂ ਇੰਜ ਵਗੇ ਨੇ ਜਿਵੇਂ ਕਿਸੇ ਨਦੀ ਦਾ ਪਾਣੀ ਵਗ ਰਿਹਾ ਹੋਵੇ। ਧਾਰਾ ਧੀਰਜ ਬਾਕ ਉਚਾਰਾ ਤੇ ਹੌਸਲਾ ਕਰਕੇ ਬੋਲੀ ਹੈ, ਸਭ ਜਾਣਤ ਮਮ ਚਿਤ ਕੀ ਜੇਤੀ ਤੁਹਾਨੂੰ ਸਾਰਾ ਪਤਾ ਹੈ, ਮੇਰੇ ਚਿੱਤ ਦੀ ਸਾਰੀ ਗੱਲ ਜਾਣਦੇ ਹੋ। ਕਹਾਂ ਕਹੋ ਮੈਂ ਤੁਮਰੇ ਸੇਤੀ ਤੁਹਾਨੂੰ ਕਹਿਣ ਦੀ ਲੋੜ ਨਹੀਂ, ਬਿਨ ਬੋਲਿਆ ਸਭ ਕੁਛ ਜਾਣਦਾ, ਕਿਸੇ ਆਗੇ ਕੀਚੈ ਅਰਦਾਸ। ਤੁਸੀਂ ਤੇ ਹਰ ਦਿਲ ਦੀ ਜਾਣਨ ਵਾਲੇ ਹੋ, ਤੇ ਮੇਰੇ ਦਿਲ ਦੀ ਵੀ ਮਹਾਰਾਜ ਤੁਸੀਂ ਜਾਣਦੇ ਹੋ। ਜਾਨ ਦੀਨ ਕੀ ਦਸ਼ਾ ਕਿਰਪਾਲਾ ਬੜੀ ਕਿਰਪਾ ਕੀਤੀ ਜੇ, ਮੇਰੀ ਅਰਦਾਸ ਸੁਣ ਲਈਏ। ਮੇਰੀ ਦਸ਼ਾ ਵੇਖ ਕੇ ਮੇਰੀ ਇਹ ਅੰਤ ਸਮੇਂ ਦੀ ਘੜੀ ਤੇ ਆ ਗਏ ਹੋ ਸੱਚੇ ਪਾਤਸ਼ਾਹ, ਬੜੀ ਕਿਰਪਾ ਕੀਤੀ। ਹਾਂਜੀ, ਆਏ ਦਰਸ ਦੀਨਸ ਇਸ ਕਾਲਾ ਇਸ ਸਮੇਂ ਦਰਸ਼ਨ ਦਿੱਤੇ ਨੇ, ਮੈਂ ਰੋਮ ਰੋਮ ਕਰਕੇ ਤੁਹਾਡਾ ਕੋਟਾਨ ਕੋਟ ਧੰਨਵਾਦ ਕਰਦੀ ਹਾਂ। ਕੌਣ ਪ੍ਰਭੂ ਤੁਮ ਬਿਨ ਹੈ ਮੇਰਾ ਇਹ ਮਹਾਰਾਜ ਕਿਸੇ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੋਂ, ਕਿਸੇ ਦਾ ਕੋਈ ਰਿਸ਼ਤੇਦਾਰ ਹੋਣਗੇ, ਮੇਰਾ ਤੇ ਕੋਈ ਨਹੀਂ ਦੁਨੀਆ ਦੇ ਤੁਹਾਡੇ ਤੋਂ ਬਿਨਾਂ। ਮੇਰਾ ਨਾ ਮਾਂ, ਨਾ ਪਿਓ, ਨਾ ਭੈਣ, ਨਾ ਭਰਾ, ਮੇਰੇ ਸਭ ਕੁਝ ਤੁਸੀਂ ਹੋ ਮਹਾਰਾਜ। ਹਾਂਜੀ, ਸੁਖ ਦੁਖ ਵਿਖੈ ਅਲੰਬ ਵਡੇਰਾ ਦੁੱਖ ਸੁੱਖ ਵਿੱਚ ਮੈਨੂੰ ਤੁਹਾਡਾ ਹੀ ਆਸਰਾ ਹੈ। ਸਿਮਰਤ ਨਿਸ ਦਿਨ ਨਾਮ ਤੁਮਾਰਾ ਬਸ ਦਿਨ ਰਾਤ ਤੁਹਾਡੇ ਆਸਰੇ, ਨਾਮ ਦੇ ਆਸਰੇ ਜੀ ਰਹੀ ਹਾਂ। ਬਸ ਤੁਹਾਡੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਇਹ ਜਿਹੜਾ ਸਰੂਪ ਹੈ, ਇਹ ਜਿਹੜੇ ਅੱਖਰ ਨੇ, ਇਹ ਜਿਹੜੀ ਜੋਤ ਹੈ, ਇਹ ਹੀ ਮੇਰੇ ਜੀਵਨ ਦਾ ਆਸਰਾ ਹੈ। ਹਾਂਜੀ, ਵਿਆਕੁਲ ਬ੍ਰਿਹ ਨੇ ਕੀਨ ਉਦਾਰਾ ਤੁਹਾਡੇ ਵਿਛੋੜੇ ਨੇ ਮੈਨੂੰ ਵਿਆਕੁਲ ਕਰ ਛੱਡਿਆ। ਆ ਮੇਰੀ ਹਾਲਤ ਹੋ ਗਈ ਹੈ। ਬਸ ਹੁਣ ਮੈਂ ਘੜੀ ਕੇ ਪਲ ਇਹ ਸਰੀਰ ਛੱਡ ਦਿਆਂਗੀ। ਅਬ ਮੈਂ ਨਿਕਟ ਨਿਹਾਰੋ ਮਰਨਾ ਮੈਂ ਹੁਣ ਵੇਖ ਰਹੀ ਹਾਂ ਮਰਨਾ ਦਿਨੋਂ ਦਿਨ ਨੇੜੇ ਆ ਗਿਆ। ਇੱਕ ਦਿਨ ਆ ਕਿ 2 ਦਿਨ ਨਾ ਕਿ 4 ਦਿਨ ਨਾ, ਕੋਈ ਭਰੋਸਾ ਨਹੀਂ ਜ਼ਿੰਦਗੀ ਦਾ। ਦੀਨ ਦਰਸ ਕੀਨਸ ਬ੍ਰਿਹੁ ਹਰਨਾ ਮੈਨੂੰ ਮਹਾਰਾਜ ਦਰਸ਼ਨ ਦਿੱਤੇ, ਮੇਰੇ ਵਿਛੋੜੇ ਦਾ ਤੁਸੀਂ ਦੁੱਖ ਦਾਰੂ ਕਰ ਦਿੱਤਾ, ਇਲਾਜ ਕਰ ਦਿੱਤਾ, ਮੇਰਾ ਵਿਛੋੜੇ ਦਾ ਦੁੱਖ ਘਟ ਗਿਆ। ਅਬ ਨਹਿ ਚਿੰਤ ਮਰੋ ਇਸ ਕਾਲਾ ਬਸ ਹੁਣ ਕੋਈ ਚਿੰਤਾ ਨਹੀਂ, ਭਾਵੇਂ ਹੁਣੇ ਜਾਨ ਨਿਕਲ ਜੇ। ਮੈਂ ਕਹਿੰਦੀ ਮੈਂ ਹੁਣੇ ਮਰ ਜਾਵਾਂ, ਕਿਉਂ? ਤੁਸੀਂ ਸਾਹਮਣੇ ਬੈਠੇ ਹੋ, ਤੁਹਾਨੂੰ ਦੇਖਦਿਆਂ ਦੇਖਦਿਆਂ ਮੇਰੇ ਜਾਨ ਨਿਕਲ ਜਾਵੇ। ਬਸ ਹੁਣ ਮੇਰੀ ਸਾਰੀਆਂ ਆਸਾਂ ਪੂਰੀਆਂ ਹੋ ਗਈਆਂ, ਸਭੇ ਆਸਾਂ ਪੂਰੀਆਂ ਜਾਂ ਪਾਇਆ ਅਗਮ ਅਪਾਰਾ। ਹਾਂਜੀ,
ਪੁਰੀ ਕਾਮਨਾ ਆਨ ਕਿਰਪਾਲਾ। ਮਹਾਰਾਜ ਬੜੀ ਕਿਰਪਾ ਕੀਤੀ ਜੇ, ਬੜਾ ਦੂਰੋਂ ਚੱਲ ਕੇ ਆਏ ਹੋਵੋਗੇ ਮੇਰੇ ਵਾਸਤੇ, ਦਰਸ਼ਨ ਦਿੱਤੇ ਨੇ। ਸੁਨ ਸ੍ਰੀ ਹਰਿ ਗੋਬਿੰਦ ਬਖਾਨਾ। ਮਹਾਰਾਜ ਮੀਰੀਆਂ ਪੀਰੀਆਂ ਦੇ ਮਾਲਕ ਸੱਚੇ ਪਾਤਸ਼ਾਹ ਬੋਲੇ, ਸਮਾ ਮਰਨ ਕੋ ਤੁਵ ਨੇਰਾਨਾ। ਕਹਿਣ ਲੱਗੇ ਕੌਲਾਂ ਸਾਨੂੰ ਪਤਾ ਸੀ ਕਿ ਤੇਰਾ ਇਹ ਚੋਲਾ ਛੱਡਣ ਦਾ ਸਮਾਂ ਨੇੜੇ ਆ ਗਿਆ। ਸਿਮਰਨ ਕਰਿਓ ਬਹੁਤ ਹੀ ਮੇਰਾ। ਤੂੰ ਸਾਡਾ ਬੜਾ ਸਿਮਰਨ ਕੀਤਾ, ਹਰ ਵੇਲੇ ਤੂੰ ਸਾਨੂੰ ਯਾਦ ਕਰਦੀ ਸੀ। ਆਨ ਮਿਲਿਓ ਤੋ ਕੋ ਬਿਨ ਦੇਰਾ। ਤੇ ਤੇਰੇ ਪਿਆਰ ਦੇ ਵਜੇ ਅਸੀਂ ਤੇਰੇ ਕੋਲ ਆ ਗਏ ਹਾਂ। ਤੋਹੇ ਪ੍ਰੇਮ ਨੇ ਟਿਕਨ ਨਾ ਦੇ। ਤੇਰੇ ਪਿਆਰ ਨੇ ਸਾਨੂੰ ਟਿਕਣ ਨਹੀਂ ਦਿੱਤਾ। ਸਾਧ ਸੰਗਤ ਜੀ, ਜੇ ਸਿੱਖ ਗੁਰੂ ਨਾਲ ਪਿਆਰ ਕਰਦਾ ਤੇ ਗੁਰੂ ਵੀ ਸਿੱਖ ਨਾਲ ਪਿਆਰ ਕਰਦਾ। ਭਾਈ ਗੁਰਦਾਸ ਜੀ ਨੇ ਐਵੇਂ ਨਹੀਂ ਲਿਖਿਆ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਤੁਸੀਂ ਇੱਕ ਵਾਰੀ ਵਾਹਿਗੁਰੂ ਕਹਿੰਦੇ ਹੋ, ਗੁਰੂ ਸਿੱਖ ਨੂੰ ਹਰ ਵੇਲੇ ਯਾਦ ਰੱਖਦਾ। ਮਹਾਰਾਜ ਕਹਿੰਦੇ ਬਸ ਤੇਰੇ ਪਿਆਰ ਨੇ ਸਾਨੂੰ ਟਿਕਣ ਨਹੀਂ ਦਿੱਤਾ। ਜਾਂ ਤੇ ਸਕਲ ਕਾਜ ਤਜ ਆਏ। ਸਾਰੇ ਕੰਮ ਛੱਡ ਕੇ ਕੌਲਾਂ ਤੇਰੇ ਕੋਲ ਆਏ ਹਾਂ। ਚਾਰ ਘਟੀ ਜਬ ਦਿਨ ਕਹਿਰ ਕਾਲੀ। ਹਾਂ, ਮਹਾਰਾਜ ਕਹਿੰਦੇ ਕੌਲਾਂ ਅੱਜ ਸ਼ਾਮ ਹੋ ਗਈ ਹੈ, ਕੱਲ ਦੀ ਸ਼ਾਮ ਜਦੋਂ 4 ਘੜੀਆਂ ਦਿਨ ਰਹਿ ਜਾਏਗਾ, ਹਾਂਜੀ, ਤਬ ਤਨ ਤੁਵ ਪ੍ਰਾਨਨ ਤੇ ਖਾਲੀ। ਉਦੋਂ ਤੂੰ ਇਹ ਪਿੰਜਰੇ 'ਚੋਂ ਉਡਾਰੀ ਮਾਰੇਂਗੀ, ਤੇਰੀ ਜੋਤ ਅਕਾਲ ਪੁਰਖ ਦੀ ਜੋਤ 'ਚ ਜਾ ਰਲੇਗੀ। ਇਹ ਸਰੀਰ ਦਾ ਤੇਰਾ ਅੰਤ ਸਮਾਂ ਸਿਰਫ 24 ਘੰਟੇ ਦੇ ਨੇੜੇ ਰਹਿ ਗਿਆ ਹੈ। ਹਾਂਜੀ, ਤਬ ਲਗ ਸਿਮਰੋ ਸ੍ਰੀ ਕਰਤਾਰਾ। ਕੌਲਾਂ ਉਹਨਾਂ ਚਿਰ ਸਵਾਸ ਸਵਾਸ ਵਾਹਿਗੁਰੂ ਵਾਹਿਗੁਰੂ ਜਪ। ਹੋਰ ਪਾਸੇ ਹੁਣ ਆਪਣਾ ਧਿਆਨ ਨਾ ਲਾ, ਹੁਣ ਉੱਥੇ ਲਾ ਜਿੱਥੇ ਜਾਣਾ ਹੈ। ਭਵ ਸਾਗਰ ਤੇ ਭਇਓ ਉਧਾਰਾ। ਤੂੰ ਤਰ ਗਈ ਹੈ, ਤੂੰ ਮੁਕਤੀ ਹੈ। ਤੇਰਾ ਭਵ ਸਾਗਰ ਤੋਂ ਬੇੜਾ ਪਾਰ ਹੋ ਚੁੱਕਾ ਹੈ, ਤੇਰੀ 84 ਕੱਟੀ ਗਈ ਹੈ। ਪ੍ਰਥਮ ਜਨਮ ਕੀ ਤੂੰ ਬੜ ਭਾਗਨ। ਪਿਛਲੇ ਜਨਮਾਂ ਤੋਂ ਵੀ ਤੂੰ ਭਗਤੀ ਕੀਤੀ ਹੈ, ਵੱਡੇ ਭਾਗਾਂ ਵਾਲੀ ਹੈ ਤੂੰ। ਹਾਂਜੀ, ਹਮਰੇ ਵਿਖੇ ਭਈ ਅਨੁਰਾਗਨ। ਤੇਰਾ ਸਾਡੇ 'ਚ ਪ੍ਰੇਮ ਹੋਇਆ, ਤੂੰ ਗੁਰੂ ਨਾਲ ਪਿਆਰ ਕੀਤਾ, ਪਰਮੇਸ਼ਰ ਨਾਲ ਪਿਆਰ ਕੀਤਾ, ਤੇ ਹੁਣ ਤੂੰ ਮੁਕਤ ਹੋ ਗਈ ਹੈ। ਸਾਧ ਸੰਗਤ ਜੀ, ਸਾਚ ਕਹੋ ਸੁਨ ਲਿਓ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿੰਨੀ ਛੇਤੀ ਰੱਬ ਪ੍ਰੇਮ ਨਾਲ ਮਿਲਦਾ, ਹੋਰ ਕਿਸੇ ਤਰੀਕੇ ਨਾਲ ਨਹੀਂ ਮਿਲਦਾ। ਹਾਂਜੀ, ਬੋਹਰ ਨਾ ਹੋਏ ਜਗਤ ਮਹਿ ਫੇਰਾ। ਫਿਰ ਤੇਰਾ ਸੰਸਾਰ 'ਚ ਗੇੜਾ ਨਹੀਂ ਹੋਣਾ। ਮਾਤਾ ਕੌਲਾਂ ਜੀ ਨੂੰ ਮਹਾਰਾਜ ਉਪਦੇਸ਼ ਵੀ ਦੇਣਗੇ, ਤੇ ਇਹਨਾਂ ਦਾ ਸੱਚਖੰਡ ਦਾ ਪਿਆਨਾ ਹੋਵੇਗਾ। ਇਹ ਕਥਾ ਕੱਲ੍ਹ ਦੇ ਪ੍ਰਕਰਣਾਂ 'ਚ ਆਪ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ